ਵਰ ਸ੍ਰੀ ਹਰਿਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁੰਦਰ ਸਤਿਗੁਰ ਕੀ ਕਥਾ। ਗੁਣ ਮੰਦਿਰ ਸੁਖ ਕੰਦ। ਬਰਨਨ ਤਿਸ ਕੋ ਅਬ ਕਰੋ। ਹੋਵਹਿ ਬਿਘਨ ਨਿਕੰਦ। ਸੁੰਦਰ ਸਤਿਗੁਰ ਕੀ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇੜੇ ਤੋਂ ਚਵਰ ਛਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਹੇ। ਗੁਰਬਾਣੀ ਸਰੂਪ ਦੀ ਪ੍ਰਕਾਸ਼ ਸੇਵਾ ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਉਚਾਰਨ ਹੋਈ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ ਤੇ ਕੁਝ ਕੁ ਸਮਾਂ ਰਾਗੀ ਦੀ ਸਿੰਘਾਂ ਦੀ ਰਚਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਗੁਰਬਾਣੀ ਦਾ ਮਨੋਹਰ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਕੁਝ ਸਮਾਂ ਜੋ ਗੁਰੂ ਮਹਾਰਾਜ ਦਾ ਸੋਹਣਾ ਸੁੰਦਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਥਾਖੀ ਨੂੰ ਸਾਹਮਣੇ ਰੱਖ ਕੇ ਦਸਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ 12 ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਦਾ ਪੌੜੀਆਂ ਦੇ ਵਿੱਚ ਕੁਝ ਇਤਿਹਾਸ ਦਾ ਵਰਣਨ ਹੈ, ਉਹ ਆਪਣੀ ਛੰਦਾਬੰਦੀ ਵਿੱਚ ਦਸਾਂ ਕਾਵਿ ਦੇ ਨਿਯਮਾਂ ਵਿੱਚ ਕਥਨ ਕੀਤਾ ਹੈ। ਉਹ ਇਤਿਹਾਸ ਕਹਿਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਜਾਮਿਆਂ ਦੇ ਮਹਿਮਾ ਦੇ ਮੰਗਲ ਕਥਨ ਕੀਤੇ।
ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਵਡਿਆਈ। ਉਸ ਤੋਂ ਉਪਰੰਤ ਜੋ ਗੁਰੂ ਨਾਨਕ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਵਾਇਆ ਹੈ, ਇਹਦੀ ਮਹਿਮਾ ਬਿਆਨ ਕੀਤੀ। ਇਹ 4 ਅੱਖਰ ਕਿਹੜੇ ਕਿਹੜੇ ਨਾਮਾਂ ਵਿੱਚੋਂ ਲਏ, ਉਹਦਾ ਸਾਰਾ ਪਿਛੋਕੜ ਦੱਸਿਆ। ਇਸ ਸਰਯੁਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਜੋ ਲੋਕ ਸਨ ਉਹ ਵਾਸਦੇ ਵਾਸਤ ਕਰਕੇ ਨਾਮ ਜਪਦੇ ਸਨ। ਤੇਤੇ ਦੇ ਵਿੱਚ ਹਰ ਹਰ ਜਪਦੇ ਸਨ। ਦੁਆਪਰ ਦੇ ਵਿੱਚ ਗੋਬਿੰਦ ਗੋਬਿੰਦ ਨਾਮ। ਕਲਯੁਗ ਦੇ ਵਿੱਚ ਜ਼ਿਆਦਾਤਰ ਜਿਹੜੇ ਸਨਾਤਨ ਮਤ ਦੇ ਧਾਰਨੀ ਉਹ ਰਾਮ ਰਾਮ ਜਪਦੇ ਨੇ। ਇਸ ਤਰ੍ਹਾਂ ਇਹ 4 ਨਾਮਾਂ ਦਾ ਇੱਕ ਅੱਖਰ ਇੱਕ ਬੀਜ ਰੂਪ ਵਿੱਚ ਲੈ ਲਿਆ ਹੈ ਤੇ ਇਹ ਵਾਹਿਗੁਰੂ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਣਾਇਆ ਹੈ। ਅੱਗੇ ਜਾ ਕੇ ਥੋੜ੍ਹਾ ਜਿਹਾ ਵਾਹਿਗੁਰੂ ਨਾਮ ਦੇ ਸੰਬੰਧ ਵਿੱਚ ਕਵੀ ਸੰਤੋਖ ਸਿੰਘ ਜੀ ਹੋਰ ਵੀ ਖੋਲ੍ਹ ਕੇ ਕਹਿਣਗੇ। ਉੱਥੇ ਯਾਨੀ ਇਹ ਇੱਕ ਇੱਕ ਅੱਖਰ ਦਾ ਜਿਹੜਾ ਜਾਪ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ 36 ਯੁਗਾਂ ਵਿੱਚ ਕੀਤਾ ਹੈ। ਯਾਨੀ 9 ਯੁਗ ਦੇ ਵਿੱਚ ਇੱਕ ਇੱਕ ਅੱਖਰ ਦਾ ਜਾਪ ਕੀਤਾ ਹੈ। ਪਹਿਲੇ 9 ਯੁਗਾਂ ਵਿੱਚ ਵਾਵੇ ਅੱਖਰ ਦਾ ਨਾਮ ਜਾਪ, ਅਗਲੇ ਜਿਹੜੇ 9 ਯੁਗ ਉਹਨਾਂ ਵਿੱਚ ਹਾਹੇ ਦਾ, ਉਸ ਤੋਂ ਅਗਲੇ 9 ਯੁਗਾਂ ਵਿੱਚ ਗੱਗੇ ਦਾ, ਤੇ ਇਸ ਤਰ੍ਹਾਂ ਅਖੀਰਲੇ ਜਿਹੜੇ 9 ਯੁਗ ਸਨ ਉਹਨਾਂ ਦੇ ਵਿੱਚ ਇਹ ਰਾਰੇ ਅੱਖਰ ਦਾ ਉਹ ਕਿਸ ਵੇਲੇ ਜਾਪ ਕੀਤਾ ਤੇ ਉਹਦਾ ਨਿਰਣਾ ਵੀ ਕਵੀ ਜੀ ਨੇ ਕੀਤਾ। 36 ਯੁਗ ਵਰਤਿਓ ਗੁਬਾਰਾ, ਤਾੜੀ ਲਾਈ ਅਪਰ ਅਪਾਰੈ, ਅੰਧੂਕਾਰ ਨਿਰਾਲਮ ਬੈਠਾ ਨਾ ਤੁ ਧੰਦ ਪਸਾਰਾ ਹੈ, ਯੁਗ 36 ਤਿਨੈ ਵਰਤਾਏ, ਜਿਸ ਸਿਰ ਭਾਣਾ ਤਿਤ ਲਾਏ। ਇਸ ਤਰ੍ਹਾਂ ਵੀ ਉਹ ਜਿਹੜਾ ਅਪਰ ਅਪਾਰ ਉਸਨੇ ਆਪਣੇ ਸਵੈ ਸਰੂਪ ਦੇ ਵਿੱਚ ਹੀ ਇਹ ਸਮਾਧੀ ਲਾ ਲਈ, ਆਪਣੇ ਵਿੱਚ ਆਪ ਹੀ ਉਹ ਜੁੜ ਗਿਆ। ਤੇ ਇਸ ਤਰ੍ਹਾਂ ਫਿਰ ਉਹ 36 ਯੁਗਾਂ ਦੇ ਵਿੱਚ ਹੀ ਇਹ 9 ਯੁਗਾਂ ਵਿੱਚ ਇਹ ਇੱਕ ਇੱਕ ਅੱਖਰ ਦਾ ਜਾਪ ਉਹਨੇ ਜਪ ਕੇ ਇਹਨੂੰ ਸਿੱਧ ਕੀਤਾ ਹੈ। ਜਿਵੇਂ ਅਸੀਂ ਗੁਰਬਾਣੀ ਦਾ ਸ਼ਬਦ ਦਾ ਜਾਪ ਕਰਕੇ ਉਹਨੂੰ ਸਿੱਧ ਕਰ ਲਈਏ, ਫਿਰ ਉਹ ਜਦੋਂ ਪੜ੍ਹਾਂਗੇ ਉਦੋਂ ਹੀ ਉਹਦੀ ਕਲਾ ਵਰਤਦੀ ਹੈ। ਇੱਥੇ ਚੂੜ ਚੱਕ ਕੇ ਇੱਕ ਪੰਡਤ ਉਹਦਾ ਨਾਮ ਕਰਮ ਜੀ ਹੁੰਦਾ ਸੀ, ਤੇ ਇੱਥੇ ਹੀ ਸੰਤ ਸੁਚਾਲਾ ਸਿੰਘ ਜੀ ਦੇ ਪਾਸੋਂ ਉਸਨੇ ਗੁਰਬਾਣੀ ਦੀ ਸੰਥਿਆ ਲਈ ਸੀ। ਗ੍ਰਸਤੀ ਬਣ ਗਿਆ, ਘਰ ਦੇ ਵਿੱਚ ਉਹਦੇ 7 ਲੜਕੀਆਂ ਹੋ ਗਈਆਂ ਤੇ ਸਿਆਣਾ ਸੀ, ਕਿਉਂਕਿ ਇੱਥੇ ਮਹਾਂਪੁਰਸ਼ ਹੁਣ ਤੜਕੇ ਉੱਠ ਕੇ ਨਹਾ ਧੋ ਕੇ ਜਪ ਤਪ ਕਰਦੇ, ਸੁਖਮਨੀ ਦਾ ਪਾਠ ਕਰਦੇ ਸੀ ਤੇ ਹੋਰ ਵੀ ਉਹ ਕਥਾ ਵਿਆਖਿਆ ਕਰਕੇ ਸੁਣਾਉਂਦੇ ਰਹਿੰਦੇ ਸਨ। ਜਿਸ ਕਰਕੇ ਫਿਰ ਜਿਹੋ ਜਿਹੇ ਕੋਈ ਉਹ ਵਾਯੂਮੰਡਲ ਵਿੱਚ ਰਹਿੰਦਾ ਉਹਦਾ ਅਸਰ ਤਾਂ ਕਬੂਲਦਾ ਹੀ ਹੈ ਨਾ ਰਹਿਣ ਵਾਲਾ। ਉਹ ਫਿਰ ਜਦੋਂ ਬੱਚੇ ਜੇ ਹੋ ਗਏ, ਲੜਕੀਆਂ ਖਿਆਲ ਕਰਨ ਲੱਗਿਆ ਵੀ ਜੇ ਹੁਣ ਮੈਂ ਸਹਿਜ ਪਾਠ ਜਾਂ ਅਖੰਡ ਪਾਠਾਂ ਦੀਆਂ ਰੌਲਾਂ ਲਾ ਕੇ ਰੁਪਈਏ ਇਕੱਠੇ ਕਰਕੇ ਵਿਆਹਾਂ ਤਾਂ ਔਖਾ ਹੈ, ਇਹਨੇ ਤਾਂ ਹੋ ਨਹੀਂ ਸਕਣੇ। ਬਾਣੀ ਤੇ ਉਹਨੂੰ ਅਥਾਹ ਸ਼ਰਧਾ ਸੀ ਬ੍ਰਹਮਣ ਨੂੰ। ਫਿਰ ਉਸਨੇ ਇੱਕ ਮਾਇਆ ਦੇ ਸ਼ਬਦ ਦਾ ਜਾਪ ਕਰ ਲਿਆ ਤੇ ਉਹ ਸ਼ਬਦ ਸਿੱਧ ਹੋ ਗਿਆ। ਤੇ ਫਿਰ ਉਹ ਜਦੋਂ ਕਿਸੇ ਲੜਕੀ ਦਾ ਉਹ
ਵਿਆਹ ਦਾ ਦਿਨ ਨਿਯਤ ਹੋ ਜਾਂਦਾ, 40 ਕੁ ਦਿਨ ਪਹਿਲਾਂ ਸ਼ਬਦ ਦਾ ਜਾਪ ਅਭਿਆਸ ਕਰ ਲੈਂਦਾ। ਅਖੀਰਲੇ ਦਿਨ ਫਿਰ ਅਰਦਾਸ ਕਰ ਲੈਂਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰੋ, ਵਿਵਾਹ ਕਰਨਾ ਹੈ, ਕੋਈ ਮਾਇਆ ਬਖਸ਼ੋ। ਜਾਣੀ ਉਹ ਸੰਤੋਖੀ ਸੀ, ਜਿੰਨੇ ਕੁ ਨਾਲ ਵਿਆਹ ਹੋ ਜਾਂਦਾ ਓਨੀ ਕੁ ਮਾਇਆ ਦੀ ਉਹ ਮੰਗ ਕਰਦਾ। ਤੇ ਬਸ ਉਹ ਅਰਦਾਸ ਕਰਕੇ ਫਿਰ ਸਰਹਾਣਾ ਚੁੱਕ ਲੈਂਦਾ, ਉਹਦੇ ਹੇਠਾਂ ਮਾਇਆ ਹੁੰਦੀ ਸੀ। ਹੁਣ ਦੇਖ ਲਓ, ਕੋਈ ਮੰਨਦਾ ਵੀ ਇਹ ਪਾਰਸ ਦੀ ਕਲਾ ਹੈ ਗੁਰਬਾਣੀ, ਇਹਦੇ ਵਿੱਚੋਂ ਸਭ ਕੁਛ ਮਿਲ ਜਾਂਦਾ ਹੈ। ਪਰ ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਸ਼ਰਧਾ ਹੈ, ਪ੍ਰਤੱਖ ਸਤਿਗੁਰੂ ਹੈ, ਇਹ ਗੁਰੂ ਨਾਨਕ ਸਾਹਿਬ ਜੀ ਸਭ ਕੁਛ ਦੇ ਦਿੰਦੇ ਸੀ, ਇਵੇਂ ਗੁਰੂ ਨਾਨਕ ਦੀ ਬਾਣੀ ਵੀ ਸਭ ਕੁਛ ਦਿੰਦੀ ਹੈ। ਪਰ ਸ਼ਰਧਾ ਭਾਵਨਾ ਦੀ ਅਥਾਹ ਲੋੜ ਹੈ, ਉੱਥੇ ਕਲਾ ਵਰਤਦੀ ਹੈ। ਫਿਰ ਉਹ ਕਈ ਵਾਰੀ ਜਾਣੀ ਜਿਹੜੇ ਕੋਈ ਕੋਲ ਬੈਠੇ ਆ ਉਹਨਾਂ ਨੂੰ ਵੀ ਉਹ ਕਿਹਾ ਕਰਦਾ ਸੀ, ਵੇਖ ਲਓ ਵੀ ਤੁਸੀਂ ਵੀ ਬਾਣੀ ਪੜ੍ਹਦੇ, ਮੈਂ ਵੀ ਪੜ੍ਹਦਾ ਹਾਂ, ਪਰ ਮੈਨੂੰ ਤਾਂ ਵੀ ਬਾਣੀ ਨੇ ਐਨ ਤਿਰਪਤ ਕਰਤਾ, ਸਾਰੀਆਂ ਭੁੱਖਾਂ ਲਾਤੀਆਂ। ਹੁਣ ਮੈਂ ਬਜ਼ੁਰਗ ਹੋ ਗਿਆ ਹਾਂ, ਹੁਣ ਮੈਂ ਤੁਹਾਡੇ ਵਾਂਗੂ ਪਾਠ ਪੂਜਾ ਨਹੀਂ ਕਰਦਾ, ਮੈਂ ਤਾਂ ਤੜਕੇ ਉੱਠ ਕੇ ਮਹਾਰਾਜ ਤੋਂ ਲੈ ਲੈਣਾ ਮਾਇਆ। ਜਾਣੀ ਉਹ ਪ੍ਰਤੱਖ ਦਿਖਾ ਦਿੰਦਾ ਸੀ ਵੀ ਆ ਸਰਹਾਣਾ ਦੇਖੋ, ਹੁਣ ਇੱਥੇ ਹੈਗਾ ਕੁਛ। ਤੇ ਉਹ ਸ਼ਬਦ ਸਿੱਧ ਸੀ, ਜਪ ਜਪ ਕਰਕੇ 21 ਵਾਰੀ ਉਹਨੇ ਜਪਣਾ ਤੇ ਅਰਦਾਸ ਕਰਕੇ ਮੱਥਾ ਟੇਕਣਾ, ਕਹਿਣਾ ਵੀ ਚੁੱਕੋ ਸਰਹਾਣਾ, ਹੇਠਾਂ ਰੁਪਈਏ ਪਏ ਹੋਣੇ। ਕਹਿੰਦਾ ਇਹ ਮੇਰੇ ਰੋਜ਼ ਦਾ ਖਰਚ ਮਹਾਰਾਜ ਦਿੰਦੇ ਆ, ਵੀ ਬੁੱਢਾ ਐ ਮੈਂ ਹੁਣ ਕਿਤੇ ਪਾਠ ਕਰੂੰ ਲੋਕਾਂ ਦੇ ਘਰਾਂ ਵਿੱਚ, ਵੀ ਇੱਥੇ ਬੈਠੇ ਬਿਠਾਏ ਮੈਂ ਘਰੇ ਸਰਹਾਣੇ ਹੇਠੋਂ ਚੁੱਕ ਲੈਣਾ, ਰੋਜ਼ ਦੀ ਰੋਜ਼ ਮਿਲ ਜਾਂਦੇ, ਚੱਲੀ ਜਾਂਦਾ ਹੈ। ਜਾਣੀ ਹੈ ਨਾ ਇਹ ਅਥਾਹ ਸ਼ਰਧਾ। ਇਸੇ ਤਰ੍ਹਾਂ ਜਿਹੜਾ ਇਹ ਵਾਹਿਗੁਰੂ ਗੁਰੂ ਮੰਤਰ ਹੈ, ਇਹ ਵੀ ਮਹਾਨ ਤੋਂ ਮਹਾਨ ਹੈ। ਇਹਨੂੰ ਜਪ ਕੇ ਵੀ ਜੋ ਮਰਜ਼ੀ ਕੋਈ ਲੈ ਲੈ ਉਹੀ ਦੇ ਦਿੰਦਾ ਹੈ। ਮੂਲ ਮੰਤਰ ਜਿਹੜਾ ਹੈ, ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਤੱਕ, ਇਹਦੀ ਵੀ ਅਥਾਹੀ ਕਰਾਮਾਤ ਹੈ। ਇੱਥੇ ਇੱਕ ਪੈਂਪਲੇਟ ਜਿਹਾ ਛਪਿਆ ਡਾਕਟਰ ਜੀ ਵੱਲੋਂ, ਉਹ ਤੁਸੀਂ ਪੜ੍ਹ ਕੇ ਅਚਰਜ ਹੋ ਜਾਓਗੇ, ਕੈਸਾ ਮੂਲ ਮੰਤਰ ਹੈ ਇਹ। ਪਾਕਿਸਤਾਨ ਦਾ ਜਿਹੜਾ ਮਿਨਿਸਟਰ ਹੋਇਆ ਨਾ ਅਯੂਬ ਖਾਨ, ਵੀ ਉਹ ਵੀ ਮੂਲ ਮੰਤਰ ਦਾ ਜਾਪ ਕਰਦਾ ਹੁੰਦਾ ਸੀ, ਮੂਲ ਮੰਤਰ ਪੜ੍ਹਦਾ ਹੁੰਦਾ ਸੀ। ਉਹਦਾ ਪਿਛੋਕੜ ਲਿਖਿਆ ਉਹਦੇ ਵਿੱਚ ਉਹਨੇ, ਵੀ ਇੱਧਰੋਂ ਸਾਡੇ ਜਿਹੜੇ ਪੜ੍ਹੇ ਲਿਖੇ ਹੈ ਉਧਰ ਕਿਤੇ ਯਾਤਰਾ ਕਰਨ ਚਲੇ ਗਏ ਤੇ ਉਹਨਾਂ ਦਾ ਕਿਤੇ ਮੇਲ ਮਿਲਾਪ ਅਯੂਬ ਖਾਨ ਨਾਲ ਹੋ ਗਿਆ। ਤੇ ਉਹ ਜਦੋਂ ਗੱਲਾਂ ਬਾਤਾਂ ਕੋਈ ਸਿੱਖੀ ਪਿਆਰ ਦੀਆਂ ਕੀਤੀਆਂ, ਉਹ ਕਹਿਣ ਲੱਗਾ ਵੀ ਮੇਰੇ ਘਰੇ ਆਓ, ਮੇਰੇ ਰਹਿਸ਼ੀ ਸਥਾਨ ਵਿੱਚ ਆਓ, ਉੱਥੇ ਆਪਾਂ ਖੁੱਲ੍ਹੀਆਂ ਵਿਚਾਰਾਂ ਕਰਾਂਗੇ। ਉਹ ਚਲੇ ਗਏ। ਜਿਹੜਾ ਉਹਦਾ ਖਾਸ ਰਹਿਸ਼ੀ ਮਕਾਨ ਸੀ ਨਾ, ਉਹਦੇ ਉੱਪਰ ਬਹੁਤ ਸੋਹਣੀ ਡੈਕੋਰੇਸ਼ਨ ਦੇ ਵਿੱਚ ਮੂਲ ਮੰਤਰ ਦਾ ਜਿਹੜੇ ਅੱਖਰ ਲਿਖੇ ਐ, ਸਜਾਇਆ ਬਜਾਇਆ, ਚੰਗੇ ਪੇਂਟਰ ਤੋਂ ਵਧੀਆ ਲਿਖਾਇਆ ਉਹਨੇ ਮੂਲ ਮੰਤਰ। ਜੋ ਦੇਖ ਕੇ ਉਹ ਉੱਪਰ ਅਚਰਜ ਹੋ ਗਏ ਵੀ ਮੁਸਲਮਾਨ ਤਾਂ ਕੱਟੜ ਹੁੰਦੇ ਹੈ, ਇਹ ਇੱਥੇ ਮੂਲ ਮੰਤਰ ਲਿਖੀ ਫਿਰਦਾ। ਕਹਿੰਦੇ ਉਹ ਗੱਲਾਂ ਬਾਤਾਂ ਜਿਹੀਆਂ ਚੱਲ ਪਈਆਂ, ਫਿਰ ਅਖੀਰੀ ਕਹਿੰਦੇ ਵੀ ਆਹ ਮੂਲ ਮੰਤਰ ਇਹ ਤਾਂ ਅਸੀਂ ਸਿੱਖ ਜਪਦੇ ਹਾਂ, ਤੇ ਤੂੰ ਹੱਸ ਕੇ ਕਹਿਣ ਲੱਗਿਆ ਵੀ ਇਸੇ ਮੂਲ ਮੰਤਰ ਦੀ ਇਹ ਕਰਾਮਾਤ ਹੈ, ਜਿਹੜਾ ਮੈਨੂੰ ਇੱਥੇ ਬਿਠਾਇਆ ਕੁਰਸੀ ਤੇ, ਐਡਾ ਵੱਡਾ ਬਣਾਇਆ। ਤਾਂ ਪਿਛੋਕੜ ਸੁਣ ਲਓ। ਕਹਿੰਦੇ ਮੈਂ ਬੱਚਾ ਜਦੋਂ ਹੁੰਦਾ ਸੀ, ਮੇਰੀ ਕਹਿੰਦੇ ਬਿਲਕੁਲ ਬੁੱਧੀ ਨਹੀਂ ਹੁੰਦੀ ਸੀ, ਬੇਅਕਲ ਸੀ ਮੈਂ, ਤੇ ਮਾਸਟਰ ਮੈਨੂੰ ਰੋਜ਼ ਕੁੱਟਦਾ, ਕਹਿੰਦੇ
ਕਿਉਂਕਿ ਉਹ ਜਿਹੜਾ ਸਬਕ ਦਿੰਦਾ ਮੈਥੋਂ ਪੱਕਦਾ ਨਾ, ਮੈਥੋਂ ਸਮਝ ਨਾ ਆਉਂਦਾ, ਕੁੱਟ ਪੈਣੀ ਪੈਣੀ। ਇੱਕ ਦਿਨ ਮੈਂ ਵਿਚਾਰਾ ਕਹਿੰਦੇ ਡਰਦਾ ਕੁੱਟ ਤੋਂ ਗੁਰਦੁਆਰੇ ਚਲਿਆ ਗਿਆ। ਉੱਥੇ ਗ੍ਰੰਥੀ ਸਾਹਿਬਾਨ ਸੀ, ਉਹ ਕਹਿੰਦੇ ਚੰਗਾ ਸਿਆਣਾ ਸੂਝਵਾਨ ਸੀ। ਉਹ ਮੈਨੂੰ ਦੇਖ ਕੇ ਜਾਣਦਾ ਹੀ ਸੀ ਬੱਚੇ ਨੂੰ। ਕਹਿੰਦੇ ਵੀ ਜੂਬੇ ਕੀ ਗੱਲ ਹੈ, ਤੂੰ ਪੜ੍ਹਨ ਨਹੀਂ ਗਿਆ, ਹਾਲ ਲਈ ਫਿਰਦਾ ਚੋਲਾ ਜਾ। ਆਖੇ ਮੈਂ ਉਹਨਾਂ ਨੂੰ ਕਹਿਤਾ ਮਹਾਰਾਜ ਮੈਂ ਜਾਵਾਂ ਕਿ ਰੋਜ਼ ਮਾਸਟਰ ਮੈਨੂੰ ਕੁੱਟਦਾ ਹੈ, ਮੈਂ ਤਾਂ ਹੁਣ ਕੁੱਟ ਤੋਂ ਡਰਦਾ ਜਾਂਦਾ ਨਹੀਂ। ਉਹ ਕਹਿਣ ਲੱਗੇ ਲੈ ਵੀ ਇੱਕ ਤੈਨੂੰ ਮੰਤਰ ਦਿੰਦੇ, ਤੂੰ ਇੱਥੇ ਬੈਠ ਕੇ ਨਾ ਜਪ ਕੇ ਤੇ ਜਾ, ਫਿਰ ਤੇਰੇ ਕੁੱਟ ਨਹੀਂ ਪਊਗੀ। ਕਹਿੰਦੇ ਉੱਥੇ ਬੈਠਿਆਂ ਮੈਨੂੰ ਉਹਨਾਂ ਨੇ ਦ੍ਰਿੜਾਤਾ ਪਕਾਤਾ। ਕਹਿੰਦੇ ਉਹ ਪਹਿਲਾ ਦਿਨ ਸੀ ਜਦੋਂ ਮੈਂ ਜਾ ਕੇ ਉੱਥੇ ਬੈਠਾ ਕਲਾਸ ਵਿੱਚ, ਕੁੱਟ ਤਾਂ ਕਿੱਧਰ ਪੈਣੀ ਸੀ। ਕਹਿੰਦੇ ਉਹ ਮਾਸਟਰ ਨੇ ਬੜਾ ਪ੍ਰੇਮ ਪਿਆਰ ਕੀਤਾ ਮੇਰੇ ਨਾਲ, ਵੀ ਨਹੀਂ ਚਲੋ ਕੋਈ ਨਾ, ਹੌਲੀ ਹੌਲੀ ਚੱਲ ਪਏਗਾ ਤੂੰ, ਤੇ ਕੋਈ ਨਾ ਤੈਨੂੰ ਡਰਿਆ ਨਾ ਕਰ, ਆਇਆ ਕਰ। ਤੇ ਮੈਂ ਬਹੁਤ ਖੁਸ਼ ਹੋ ਗਿਆ ਵੀ ਹਾਂ ਇਹ ਕੰਮ ਕਰਦਾ ਹੈ। ਤੇ ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਜਪਣ ਲੱਗ ਪਿਆ, ਤੇ ਉਹਦੇ ਨਾਲ ਮੇਰੀ ਜਿਹੜੀ ਅਕਲ ਬੁੱਧ ਹੈ ਕੰਮ ਕਰਨ ਲੱਗ ਪਈ। ਤੇ ਕਿੱਥੇ ਮੈਂ ਕੁੱਟ ਖਾਂਦਾ ਸੀ, ਕਿੱਥੇ ਮੈਂ ਕਹਿੰਦੇ ਮਨੀਟਰ ਬਣ ਗਿਆ। ਦੂਜਿਆਂ ਨੂੰ ਉਹ ਮੂਹਰੇ ਲੱਗਿਆ ਵੀ ਇਹ ਇਹਦੀ ਕਰਾਮਾਤ ਹੈ ਮੂਲ ਮੰਤਰ ਦੀ। ਫਿਰ ਦੇਖ ਲਓ ਕਹਿੰਦੇ ਆਹ ਕਰਾਮਾਤ ਵੀ ਹੁਣ ਮੈਂ ਇੱਥੋਂ ਦਾ ਬੈਠਾ ਵੱਡਾ, ਸਾਰਿਆਂ ਤੋਂ ਮਹਾਨ ਬਣਿਆ। ਇਸ ਕਰਕੇ ਮੇਰੇ ਲਈ ਤਾਂ ਇਹ ਜਿਹੜਾ ਹੈ ਨਾ ਤੁਹਾਡਾ ਗੁਰਸਿੱਖਾਂ ਦਾ ਹੋਊਗਾ, ਮੇਰੇ ਲਈ ਤਾਂ ਇਹ ਸਭ ਤੋਂ ਮਹਾਨ ਵੱਡਾ ਹੈ। ਇਹਦੀ ਇਹ ਕਰਾਮਾਤ ਹੈ, ਇਹਦੀ ਇਹ ਤਾਕਤ ਹੈ। ਸੋ ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੂਲ ਮੰਤਰ ਹੈ ਉਹ ਵੀ ਬੇਨਤੀ ਮਹਿਮਾ ਵਾਲਾ ਹੈ। ਜਿਹੜਾ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਉਹਨਾਂ ਨੇ ਜਿਹੜਾ 36 ਯੁਗਾਂ ਦੇ ਵਿੱਚ ਇੱਕ ਇੱਕ ਅੱਖਰ ਦਾ ਜਾਪ ਕਰਕੇ ਤੇ ਇਹ ਵਾਹਿਗੁਰੂ ਮੰਤਰ ਇਹ ਸਿੱਧ ਕਰਕੇ ਬਣਾਇਆ। ਯਾਨੀ ਇਹ ਸਾਨੂੰ ਸਿੱਧ ਕਰਨ ਦੀ ਲੋੜ ਨਹੀਂ, ਮਹਾਰਾਜ ਨੇ ਸਿੱਧ ਕੀਤਾ ਹੈ। ਇਸ ਕਰਕੇ ਜਿਹੜਾ ਜਪਦਾ ਉਹਦਾ ਛੇਤੀ ਮਨ ਟਿਕਦਾ ਤੇ ਛੇਤੀ ਇਹ ਸਿੱਧ ਹੋ ਜਾਂਦਾ। ਥੋੜ੍ਹੇ ਜਿਹੇ ਜਪਣ ਨਾਲ ਹੀ ਮਨ ਦਾ ਟਿਕਾ ਹੋਣ ਲੱਗ ਪੈਂਦਾ। ਇਸ ਕਰਕੇ ਜਿਹੜੇ ਕੋਈ ਗੁਰੂ ਵਾਲੇ ਬਣ ਕੇ ਜਪਦੇ ਹੈ ਨਾ ਤੇ ਭਾਵਨਾ ਨਾਲ ਜਪਦੇ ਹੈ, ਉੱਥੇ ਬੜੀ ਛੇਤੀ ਇਹਦੀ ਕਲਾ ਵਰਤਦੀ ਹੈ। ਰੋਹ ਵਿਚਾਰ ਜਾਣੀ ਉਹ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਕਵੀ ਜੀ ਨੇ ਸੁਣਾਈ, ਆਪਾਂ ਸੁਣੀ ਉਹ ਦੀਵਾਨਾਂ ਵਿੱਚ। ਇਸ ਤਰ੍ਹਾਂ ਗੁਰਮੰਤਰ ਦੀ ਮਹਿਮਾ ਤੋਂ ਬਾਅਦ ਹੁਣ ਅੱਜ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ, ਉਹਦੇ ਸੰਬੰਧੀ ਕੁਝ ਉਹ ਮਹਿਮਾ ਦਾ ਬਚਨ ਕਵੀ ਜੀ ਕਹਿ ਰਹੇ ਆ ਵੀ ਇੱਕ ਐਸੀ ਹੈ ਗੁਰੂ ਨਾਨਕ ਸਾਹਿਬ ਦੀ ਕਥਾ ਜਿੱਥੇ ਉਹਨਾਂ ਦਾ ਮੂਲ ਮੰਤਰ ਮਹਾਨ, ਗੁਰਮੰਤਰ ਵਾਹਿਗੁਰੂ ਮਹਾਨ, ਉੱਥੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੈ ਨਾ ਉਹ ਵੀ ਮਹਾਨ ਹੀ ਹੈ। ਜੋ ਸੁਣਨ ਵਾਲਾ ਚਾਹੇ ਉਹ ਲੈ ਸਕਦਾ ਹੈ। ਸੋ ਜਿਵੇਂ ਵੀ ਇਹ ਗੁਰੂ ਨਾਨਕ ਦੀ ਕਥਾ ਦੀ ਮਹਿਮਾ ਕਵੀ ਇੱਥੋਂ ਪ੍ਰਾਰੰਭ ਕਰ ਰਿਹਾ ਹੈ, ਉੱਪਰ ਸਾਰਾ ਕਾਵਿ ਦੇ ਨਿਯਮਾਂ ਵਿੱਚ ਹੀ ਲਫ਼ਜ਼ ਆ ਰਹੇ ਹੈ। ਆਪਾਂ ਸ਼ਰਧਾ ਭਾਵਨਾ ਨਾਲ ਮਨ ਲਾ ਕੇ ਸੁਣੀਏ ਜੀ। ਸੁੰਦਰ ਸਤਿਗੁਰ ਕੀ ਕਥਾ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਇਹ ਜੋ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੈ ਉਹ ਬਹੁਤ ਹੀ ਸੁੰਦਰ ਹੈ, ਸੋਹਣੀ ਹੈ। ਗੁਣ ਮੰਦਰ ਸੁਖ ਕੰਦ। ਗੁਰੂ ਨਾਨਕ ਦੀ ਜਿਹੜੀ ਕਥਾ ਹੈ ਤਾਂ ਗੁਣਾਂ ਦਾ ਮੰਦਰ ਹੈ, ਗੁਣਾਂ ਦਾ ਪਹਾੜ ਹੈ ਜਾਂ ਗੁਣਾਂ ਦਾ ਮਕਾਨ ਹੈ। ਇਹਦੇ ਵਿੱਚ ਗੁਣੀ ਗੁਣ ਭਰੇ ਪਏ।
ਕਿਸੇ ਘਰ ਦੇ ਵਿੱਚ ਤਾਂ ਕੋਈ ਰੱਖਿਆ ਤੂੜੀ ਵਾਲੇ ਕੋਠੇ ਵੀ ਹੁੰਦੇ, ਤੂੜੀ ਭਰੀ ਹੁੰਦੀ ਹੈ। ਕਹਿੰਦੇ ਇਹ ਜਿਹੜੀ ਗੁਰੂ ਨਾਨਕ ਦੀ ਕਥਾ ਹੈ, ਇਹ ਕਹਿੰਦੇ ਗੁਣਾਂ ਦਾ ਘਰ ਹੈ, ਇਹਦੇ ਵਿੱਚ ਗੁਣ ਹੀ ਗੁਣ ਭਰੇ ਪਏ। ਜੇ ਮੰਦਰ ਨੂੰ ਪਹਾੜ ਦਾ ਹੁੰਦਾ, ਪਰਬਤ ਦਾ ਹੁੰਦਾ, ਇਹ ਗੁਣਾਂ ਦਾ ਪਹਾੜ ਹੈ ਗੁਰੂ ਨਾਨਕ ਸਾਹਿਬ ਦੀ ਕਥਾ। ਜਿੰਨੇ ਮਰਜ਼ੀ ਇਹ ਕਥਾ ਵਿੱਚੋਂ ਤੁਸੀਂ ਗੁਣ ਲੈ ਸਕਦੇ ਹੋ। ਫਿਰ ਇਹ ਸੁੱਖਾਂ ਦਾ ਕੰਦ ਹੈ, ਸੁੱਖਾਂ ਦਾ ਬੱਦਲ ਹੈ। ਜਿਵੇਂ ਤੇ ਕੰਦ ਨਾਲ ਜੜ ਦਾ ਹੁੰਦਾ ਹੈ, ਸੁੱਖਾਂ ਦੀ ਜੜ ਹੈ, ਜੜ ਚੋਂ ਹੀ ਸਭ ਕੁਝ ਨਿਕਲਦਾ ਹੈ। ਇਸ ਤਰ੍ਹਾਂ ਕਹਿੰਦੇ ਸੁੱਖਾਂ ਦੀ ਜੜ ਹੈ। ਕੰਦ ਨੂੰ ਉਹ ਦਾਤੇ ਦਾ ਹੁੰਦਾ ਹੈ, ਦੇਣ ਦਾ ਹੁੰਦਾ ਹੈ, ਵੀ ਸੁੱਖਾਂ ਦੇ ਇਹ ਦੇਣ ਵਾਲੀ ਹੈ, ਸੁੱਖਾਂ ਦੇ ਦਾਤੀ ਹੈ। ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੈ, ਸੁੱਖਾਂ ਦਾ ਬੱਦਲ ਹੈ, ਸੁੱਖਾਂ ਦੀ ਜੜ ਹੈ, ਸੁੱਖਾਂ ਦੇ ਦੇਣ ਵਾਲੀ ਹੈ। ਵਰਣਨ ਤਿਸ ਕੋ ਅਬ ਕਰੋ। ਇਹ ਗੁਰੂ ਕੇ ਸਿੱਖੋ, ਉਸ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਹੁਣ ਮੈਂ ਵਰਣਨ ਕਰਦਾ, ਕਥਨ ਕਰਦਾ ਹਾਂ। ਹੋਵੈ ਵਿਘਨ ਨਿਕੰਦ। ਤੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਮਹਾਰਾਜ ਹੁਣ ਮੈਂ ਕਥਾ ਵਰਣਨ ਕਰਨ ਲੱਗਾ ਹਾਂ। ਜਿਹੜੇ ਕੋਈ ਕਥਾ ਵਿੱਚ ਵਿਘਨ ਪੈਣ ਵਾਲੇ ਵਿਘਨ ਪੈਣੇ ਹਨ, ਉਹ ਵਿਘਨ ਮਹਾਰਾਜ ਮੇਰੇ ਨਿਕੰਦ ਕੀਏ ਕੱਟੇ ਜਾਣ। ਇਹ ਗੁਰੂ ਨਾਨਕ ਸਾਹਿਬ ਤੁਹਾਡੀ ਜਿਹੜੀ ਕਥਾ ਕਹਿੰਦਿਆਂ ਕਥਨ ਕਰਦਿਆਂ ਸੁਣਾਉਂਦਿਆਂ ਕੋਈ ਵਿਘਨ ਨਾ ਪਵੇ, ਕੋਈ ਰੁਕਾਵਟ ਨਾ ਆ ਜਾਏ। ਉਹ ਕਈ ਵਾਰੀ ਕੋਈ ਐਸਾ ਵੈਸਾ ਲਫ਼ਜ਼ ਕਿਹਾ ਜਾਏ ਤੇ ਵਿਘਨ ਪੈ ਜਾਊਗਾ। ਕਹਿੰਦੇ ਵੀ ਤੂੰ ਨਹੀਂ ਇਹ ਕਰਨੀ ਇਹ ਜੀ ਕਥਾ, ਜਾਂ ਸਰੀਰ ਦੇ ਵਿੱਚ ਹੀ ਢਿੱਲ ਮੱਠ ਆ ਜਾਏ ਤੇ ਫਿਰ ਕਥਾ ਬੰਦ ਹੋ ਜਾਊ, ਨਾ ਵਿਘਨ ਪੈ ਗਿਆ। ਇਸ ਕਰਕੇ ਕਹਿੰਦੇ ਮਹਾਰਾਜ ਵੀ ਮੈਂ ਕਥਾ ਕਰਨ ਲੱਗਿਆ ਹਾਂ, ਮੇਰੇ ਜਿਹੜੇ ਵਿਘਨ ਹਨ ਉਹ ਕੱਟੇ ਜਾਣ, ਕੋਈ ਵਿਘਨ ਨਾ ਪਵੇ ਕਥਾ ਨੂੰ ਕਹਿੰਦਿਆਂ ਸੁਣਾਉਂਦਿਆਂ ਹੋਇਆਂ। ਸ੍ਰੀ ਨਾਨਕ ਸੋ ਪ੍ਰਕਾਸ਼ ਮੈਂ। ਇਹ ਗ੍ਰੰਥ ਦਾ ਨਾਮ ਹੈ ਸ੍ਰੀ ਨਾਨਕ ਪ੍ਰਕਾਸ਼। ਕਹਿੰਦੇ ਜਿਹੜਾ ਸੋਭਾ ਵਾਲਾ ਗੁਰੂ ਨਾਨਕ ਸਾਹਿਬ ਪ੍ਰਕਾਸ਼ ਨਾਮ ਦਾ ਪੁਸਤਕ ਹੈ। ਕਹੋ ਕਥਾ ਇਹ ਆਦ। ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਕਥਾ ਹੈ ਉਹ ਮੈਂ ਕਹਾਂਗਾ, ਆਖਾਂਗਾ, ਮੁੱਢਲੀ ਕਥਾ ਬਿਆਨ ਕਰਾਂਗਾ। ਉਹ ਕਿਹੜੀ? ਅੰਗਦ ਬਾਲੇ ਕੋ ਮਿਲਨ। ਜਿਸ ਤਰ੍ਹਾਂ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਆ ਕੇ ਖਡੂਰ ਸਾਹਿਬ ਆ ਕੇ ਮਿਲਿਆ ਜੁੜਿਆ ਸੀ। ਪੁਨ ਤਿੰਨ ਕੋ ਸੰਵਾਦ। ਫਿਰ ਭਾਈ ਬਾਲਾ ਜੀ ਦਾ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਆਪੋ ਵਿੱਚ ਹੀ ਜਿਵੇਂ ਸੰਵਾਦ ਹੋਇਆ ਸੀ, ਵਿਚਾਰ ਵਟਾਂਦਰਾ ਹੋਇਆ ਸੀ। ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ, ਭਾਈ ਬਾਲਾ ਜੀ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਹਾ ਜਿੱਥੇ ਕਿੱਥੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਅਵਤਾਰ ਧਾਰਨ ਦੀ ਕਥਾ ਤੂੰ ਸੁਣਾ। ਫਿਰ ਜਿਵੇਂ ਅਵਤਾਰ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਾਲ ਚੋਜ ਕੀਤੇ ਉਹ ਵੀ ਸੁਣਾ। ਫਿਰ ਜਿਵੇਂ ਵੱਡਿਆਂ ਹੋ ਕੇ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਸਾਹਿਬ ਚਲੇ ਗਏ, ਉੱਥੇ ਫਿਰ ਮੁੱਦੀ ਖਾਨਾ ਖੋਲ੍ਹਿਆ ਤੇ 13 ਕਰਕੇ ਗਰੀਬੀਆਂ ਕੱਢ ਦਿੱਤੀਆਂ। ਇਸ ਤਰ੍ਹਾਂ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਰਸ ਪਾਣੀ ਲਿਆ ਕੇ ਉਹਨਾਂ ਦੇ ਕਪਾਟ ਖੋਲ੍ਹ ਤੇ ਦਰਸ਼ਨ ਦੇ ਕੇ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਬਾਹਰ ਵਿਚਰੇ ਤੇ ਉਹ 4 ਉਦਾਸੀਆਂ ਰਾਹੀਂ ਬਾਬੇ ਤਾਰੇ 4 ਸਿੰਘ 9 ਖੰਡ ਪ੍ਰਿਥਵੀ ਸੱਚਾ ਢੋਆ ਸਿੱਖੀ ਫਲਾਈ। ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਵਿਚਾਰ ਵਟਾਂਦਰਾ ਭਾਈ ਬਾਲਾ ਜੀ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਕੀਤਾ ਸੀ, ਉਹ ਮੈਂ ਕਹਿੰਦੇ ਕਥਨ ਕਰਾਂਗਾ। ਸਭ ਤੋਂ ਪਹਿਲੇ ਚੌਪਈ ਪੁਨ ਸ੍ਰੀ ਨਾਨਕ ਜਨਮ ਸੁਹਾਵਾ। ਉਸ ਤੋਂ ਬਾਅਦ ਜਿਵੇਂ ਸੁਹਾਏ ਮਾਨ ਗੁਰੂ ਨਾਨਕ ਸਾਹਿਬ ਜੀ ਦਾ ਰਾਏ ਭੋਏ ਦੀ ਤਲਵੰਡੀ ਵਿਖੇ ਪਿਤਾ ਕਲਿਆਣ ਚੰਦ ਦੇ ਘਰ ਦੇ ਵਿੱਚ ਮਾਤਾ ਤ੍ਰਿਪਤਾ ਦੇ ਕੁੱਖ ਰਾਹੀਂ ਉਹ ਅਵਤਾਰ ਹੋਇਆ ਸੀ ਸੋਭਨੀਕ। ਸ਼ਿਸ਼ ਲੀਲਾ ਬਹੁ ਨਰਨ ਦਿਖਾਵਾ। ਉਹ ਕਥਨ ਕਰਾਂਗਾ।
ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਕਰਕੇ ਜਿਹੜੇ ਬਾਲ ਲੀਲਾ ਕੀਤੀ, ਬਾਲ ਚੋਜ ਕੀਤੇ, ਉਹ ਬਾਲ ਚੋਜ ਜਿਹੜੇ ਬਹੁਤੇ ਲੋਕਾਂ ਨੂੰ ਦਿਖਾਏ। ਰਾਏ ਬੁਲਾਰ ਨੂੰ ਸਰਪ ਦੀ ਛਾਇਆ ਦਿਖਾਈ। ਇੱਕ ਬਿਰਛ ਜਿਹੜਾ ਉਹਦੀ ਛਾਇਆ ਇੱਕ ਥਾਂ ਹੀ ਖੜੀ ਰਹੀ। ਇਹੋ ਜਿਹੇ ਬਾਲ ਚੋਜ ਵੀ ਮਹਾਰਾਜ ਨੇ ਕਰਕੇ ਦਿਖਾਏ, ਜਿਹਨੂੰ ਦੇਖ ਦੇਖ ਕੇ ਜਿਹੜਾ ਰਾਏ ਬੁਲਾਰ ਸੀ ਸਭ ਤੋਂ ਪਹਿਲਾਂ ਅਥਾਹ ਸ਼ਰਧਾਲੂ ਬਣ ਗਿਆ। ਤੇ ਇਸੇ ਤਰ੍ਹਾਂ ਜਿਹੜੀ ਭੈਣ ਹੈ ਉਹ ਵੀ ਮਹਾਰਾਜ ਦੇ ਬਾਲ ਚੋਲ ਜਾਣ ਕੇ ਦੇਖ ਕੇ ਸਮਝ ਗਈ ਵੀ ਇਹ ਮੇਰੇ ਭਰਾ ਨਹੀਂ, ਇਹ ਤਾਂ ਨਾ ਹੀ ਇੱਕ ਭਰਾ ਹੈ, ਇਹ ਤਾਂ ਪਰਮੇਸ਼ਰ ਰੂਪ ਹੈ। ਸੋ ਇਸ ਤਰ੍ਹਾਂ ਕਹਿੰਦੇ ਜਿਹੜੀ ਬਾਲ ਲੀਲਾ ਹੈ, ਬਾਲ ਚੋਜ ਬਹੁਤੇ ਲੋਕਾਂ ਨੂੰ ਕਰਕੇ ਦਿਖਾਏ ਆਪ ਜੀ ਨੇ। ਕਹੋ ਕਥਾ ਕੀਏ ਮੋਦੀ ਖਾਨਾ। ਫਿਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਵੱਡਿਆਂ ਹੋ ਕੇ ਪਿਤਾ ਜੀ ਦੇ ਕਹਿਣ ਕਰਕੇ ਸੁਲਤਾਨਪੁਰ ਗਏ, ਜੈ ਰਾਮ ਦੇ ਕੋਲ ਰਹਿ ਕੇ ਨਵਾਬ ਨਾਲ ਗੱਲਬਾਤ ਕਰਕੇ ਉੱਥੇ ਫਿਰ ਮੋਦੀ ਖਾਨਾ ਖੋਲ੍ਹਿਆ, ਦੁਕਾਨ ਖੋਲ੍ਹੀ ਤੇ ਇਸ ਤਰ੍ਹਾਂ ਖੁੱਲ੍ਹੇ ਭੰਡਾਰੇ ਵਰਤਾਏ। ਉਹ ਮੋਦੀ ਖਾਨੇ ਦੀ ਕਥਾ ਮੈਂ ਆਖਾਂਗਾ ਕਵੀ। ਤਿਹ ਤਜ ਦੇਸ਼ ਬਿਲੋਕੇ ਨਾਨਾ। ਫਿਰ ਉਹ ਮੋਦੀ ਖਾਨਾ ਛੱਡ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੇਸ਼ ਪ੍ਰਦੇਸ਼ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਵੇਖੇ ਸਨ। ਫਿਰ ਉਹ ਕਥਾ ਮੈਂ ਚਾਰੇ ਉਦਾਸੀਆਂ ਦੀ ਕਹਾਂਗਾ। ਜਹ ਤਹ ਸਿੱਖੀ ਰੀਤ ਚਲਾਈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿੱਥੇ ਗਏ ਧਰਮਸ਼ਾਲਾ ਕਾਇਮ ਕੀਤੀਆਂ, ਜਿਹੜੀ ਸਿੱਖੀ ਦੀ ਰੀਤੀ ਮਰਜ਼ਾਦਾ ਉਹ ਵੀ ਚਲਾਈ। ਇਸ਼ਨਾਨ ਪਾਣੀ ਆਦਿ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ ਮੂਲ ਮੰਤਰ ਜਪਣਾ ਹੈ। ਫਿਰ ਧਰਮ ਦੀ ਕਿਰਤ ਕਰਕੇ ਵੰਡ ਛਕਣਾ ਹੈ, ਕਥਾ ਕੀਰਤਨ ਸੁਣਨਾ ਪੜ੍ਹਨਾ ਹੈ, ਆਏ ਗਏ ਦੀ ਗਰੀਬ ਗੁਰਬੇ ਦੀ ਦੇਖ ਰੇਖ ਕਰਨੀ, ਲੰਗਰ ਚਲਾਉਣੇ ਹੈ। ਇਸ ਤਰ੍ਹਾਂ ਗੁਰਸਿੱਖੀ ਦੀ ਮਰਜ਼ਾਦਾ ਚਲਾਈ, ਉਹ ਕਥਾ ਕਹਾਂਗਾ। ਪੁਰ ਕਰਤਾਰ ਬਸੇ ਪੁਨ ਆਈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਚਾਰ ਉਦਾਸੀਆਂ ਰਾਹੀਂ ਸਿੱਖੀ ਦੀ ਮਰਜ਼ਾਦਾ ਚਲਾ ਕੇ ਸਿੱਖੀ ਕਾਇਮ ਕਰਕੇ ਫਿਰ ਅਖੀਰ ਤੇ ਜਿਵੇਂ ਆਪ ਜੀ ਕਰਤਾਰਪੁਰ ਸਾਹਿਬ ਆ ਵਸੇ ਸਨ। ਸਿੱਖੀ ਪਰਖੀ ਸਿੱਖਨ ਕੀ ਜਬ। ਇੱਥੇ ਰਹਿੰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੰਨੇ ਦੇਸਾਂ ਪ੍ਰਦੇਸਾਂ ਵਿੱਚ ਸਿੱਖ ਬਣਾਏ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਸਾਰਿਆਂ ਸਿੱਖਾਂ ਦੀ ਕਹਿੰਦੇ ਜਦੋਂ ਸਿੱਖੀ ਪਰਖੀ ਸੀ ਉਹ ਧਾਰਮਿਕ ਰੂਪ ਧਾਰਨ ਕਰਕੇ ਜਿਹੜੀ ਉਹ ਹੱਥ ਵਿੱਚ ਇੱਕ ਸੁੰਗਰੀ ਵਾਲਾ ਸੋਟਾ ਜਿਹਾ ਫੜ ਲਿਆ ਸੀ ਤੇ ਬਾਣ ਜਲ ਭੇਟ ਲਿਆ, ਲੱਸੀ ਦੇ ਛਿੱਟੇ ਜਿਹੇ ਮਾਰ ਲਏ ਤੇ ਹੱਥ ਵਿੱਚ ਇੱਕ ਛੁਰਾ ਜਿਹਾ ਫੜ ਲਿਆ ਸੀ ਤੇ ਉਹ ਲੈ ਕੇ ਸਾਰਿਆਂ ਨੂੰ ਬਾਹਰ ਚੱਲ ਪਏ ਸਨ। ਤੇ ਬਾਹਰ ਆ ਕੇ ਕਰਤਾਰਪੁਰ ਤੋਂ ਕਹਿੰਦੇ ਵੀ ਕਿਵੇਂ ਮੂੰਹ ਚੁੱਕਿਆ, ਕਿਵੇਂ ਆ ਰਹੇ ਹੈ? ਕਹਿੰਦੇ ਜੀ ਸਾਡੇ ਤੁਹਾਡੇ ਸਿੱਖ ਹੈ। ਉਹ ਜਿਹੜਾ ਉਹਦੇ ਸਿੱਖ ਕਹਿੰਦਾ ਉਹਦੇ ਧੜੇ ਦੇ ਕੇ ਮਾਰਦੇ ਆ। ਤੇ ਕਈ ਤਾਂ ਫਿਰ ਭੱਜ ਪੁੱਜ ਗਏ, ਕਹਿੰਦਾ ਵੀ ਮਹਾਰਾਜ ਦੇ ਦਿਮਾਗ ਵਿੱਚ ਕੋਈ ਫਰਕ ਆ ਗਿਆ, ਕਮਲੇ ਹੋ ਗਏ ਮਹਾਰਾਜ। ਉਹ ਕੁੱਟ ਤੋਂ ਡਰਦੇ ਭੱਜ ਗਏ। ਕਈ ਜਿਹੜੇ ਥੋੜੇ ਜਿਹੇ ਕਾਇਮ ਸੀ ਉਹ ਕਹਿੰਦੇ ਵੀ ਇਹ ਤਾਂ ਮਹਾਰਾਜ ਦੇ ਚੋਜ ਹੈ, ਘਰੇ ਆਪਾਂ ਨੂੰ ਮਾਂ ਬਾਪ ਕੁੱਟੀ ਲੈਂਦੇ ਸੀ, ਇਹ ਮਹਾਰਾਜ ਕੁੱਟ ਲੈਣਗੇ ਫਿਰ ਕੀ ਹੈ। ਕੋਈ ਨਾ, ਉਹ ਥੋੜਾ ਜਿਹਾ ਅੱਗੇ ਗਏ। ਫਿਰ ਮਹਾਰਾਜ ਕਹਿੰਦੇ ਵੀ ਕੀ ਗੱਲ ਹੈ ਤੁਸੀਂ ਫੇਰ ਤੁਰੇ ਆਉਨੇ ਹੋ? ਕਹਿੰਦੇ ਮਹਾਰਾਜ ਤੁਹਾਡੇ ਸਿੱਖ ਹੈ। ਉਹ ਫੇਰ ਉਹ ਜਿਹੜਾ ਹੱਥ ਵਿੱਚ ਫੜਿਆ ਨਸਕਨ ਕੋ ਛੋਟਾ ਜਿਹਾ ਉਹ ਦਰਾ ਦੇ ਕੇ ਟੂਏ ਤੇ ਮਾਰਦੇ। ਉਹ ਪੜੂਆ ਕਰੋਂਗਾ ਤੂੰ ਸਿੱਖ ਬਣਿਆ ਸਾਡਾ। ਇਸ ਤਰ੍ਹਾਂ ਕੋਈ ਫੇਰ ਵੀ ਰਹਿ ਗਏ। ਫਿਰ ਦੇਖਿਆ, ਫਿਰ ਉਹ ਪੈਸੇ ਜੇ ਦਿਖਾ ਦਿੱਤੇ ਵੀ ਇਹ ਲੈ ਜਾਓ, ਪਿੱਛਾ ਨਾ ਕਰੋ। ਫਿਰ ਚਾਂਦੀ ਦੇ ਰੁਪਈਏ ਦਿਖਾਏ, ਪੰਡਾ ਬੰਨ ਕੇ ਲੈ ਜਾਓ, ਪਿੱਛਾ ਨਾ ਕਰੋ। ਫਿਰ ਮੋਹਰਾਂ ਵੀ ਦਿਖਾ ਦਿੱਤੀਆਂ। ਅਖੀਰ ਤੇ ਫਿਰ ਉਹ ਚਾਰ ਰਹਿ ਗਏ ਸਨ।
ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ ਤੇ ਗੁਰੂ ਅੰਗਦ ਸਾਹਿਬ ਮਹਾਰਾਜ। ਫਿਰ ਅੱਗੇ ਸੰਘਣੇ ਜੰਗਲ ਵਿੱਚ ਚਲੇ ਗਏ। ਉੱਥੇ ਮਹਾਰਾਜ ਨੇ ਇਹਨਾਂ ਦੀ ਪਰਖ ਕਰਨ ਵਾਸਤੇ ਵੀ ਉਹ ਕੌਤਕ ਕਰਾਇਆ, ਜਾਣੀ ਉਹ ਦਿਖਾਇਆ ਜਿਵੇਂ ਉੱਚਕਾ ਦੇ ਉੱਪਰ ਕੋਈ ਮੁਰਦਾ ਪਿਆ ਹੋਏ, ਕੱਫਣ ਜਾ ਉੱਪਰ ਪਾਇਆ ਹੋਵੇ, ਤੇ ਚੌਹਾਂ ਨੂੰ ਬੁਲਾ ਲਿਆ ਮਹਾਰਾਜ ਨੇ। ਕਹਿੰਦੇ ਵੀ ਇਹ ਤਕੜੇ ਹੋ ਤੇ ਤੁਸੀਂ ਕਿਵੇਂ ਹੋ? ਕਹਿੰਦੇ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਮਾਰੋ ਛੱਡੋ, ਅਸੀਂ ਨਹੀਂ ਤੁਹਾਡਾ ਛਾੜ ਛੱਡਾਂਗੇ। ਮਹਾਰਾਜ ਕਹਿੰਦੇ ਫਿਰ ਬਚਨ ਮੰਨੋਗੇ? ਕਹਿੰਦੇ ਹਾਂ ਜੀ ਮੰਨਾਂਗੇ। ਕਹਿੰਦੇ ਚੰਗਾ ਸਾਹਮਣੇ ਪਿਆ ਨਾ ਜਿਹੜਾ, ਇਹਨੂੰ ਛਕੋ। ਫਿਰ ਬਾਬਾ ਬੁੱਢਾ ਸਾਹਿਬ ਵੀ ਭਰਮ ਭੁਲੇਖੇ ਵਿੱਚ ਪੈ ਗਏ ਵੀ ਕਹਿੰਦੇ ਮੁਰਦਾ ਦਾ ਖਾਣਾ ਔਖਾ ਹੈ। ਭਾਈ ਭਗੀਰਥ ਵੀ, ਭਾਈ ਸਧਾਰਨ ਵੀ ਦਰਖਤਾਂ ਦੇ ਓਹਲੇ ਜਿਹੇ ਹੋ ਕੇ ਖੜ ਗਏ। ਫਿਰ ਭਾਈ ਲਹਿਣਾ ਜੀ ਨੂੰ ਵੇਖਿਆ, ਕਹਿੰਦੇ ਵੀ ਕੀ ਗੱਲ ਹੈ? ਕਹਿੰਦੇ ਮਹਾਰਾਜ ਮੈਂ ਹੁਕਮ ਚਾਹੁੰਦਾ ਵੀ ਕਿਸ ਪਾਸਿਓਂ ਲੱਗਾ ਇਹ? ਕਹਿੰਦੇ ਜਿੱਧਰ ਖੜੋਤਾ ਹੈ ਉਧਰੋਂ ਹੀ ਲੱਗਾ, ਕੱਪੜਾ ਚੱਕ ਕੇ ਉਹ ਚੁੱਕਿਆ ਤਾਂ ਫਿਰ ਉਹ ਉੱਪਰੋਂ ਸਾਹਮਣੇ ਮੁਰਦਾ ਦਿਖਦਾ ਹੈ, ਵਿੱਚੋਂ 3 ਮੀਲ ਦਾ ਕੜਾਹ ਪ੍ਰਸ਼ਾਦ ਦਿਖਾ ਦਿੱਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਜਾਂ ਮਾਰਨ ਲੱਗ ਭਾਈ ਭਗੀਰ ਸਧਾਰਨ ਕਿਉਂ ਭਰਮ ਗਏ? ਇਹ ਤਾਂ ਗੁਰੂ ਨਾਨਕ ਦੀ ਖੇਲ ਸੀ, ਲੀਲਾ ਸੀ, ਇਹ ਮੁਰਦਾ ਨਹੀਂ, ਇਹ ਤਾਂ 3 ਮੀਲ ਦਾ ਪ੍ਰਸ਼ਾਦ, ਆਓ ਛਕੀਏ। ਬਸ ਉਹਨਾਂ ਨੂੰ ਆਵਾਜ਼ ਕਰਦੇ, ਉਦੋਂ ਹੀ ਸਾਰਾ ਜਿਹੜਾ ਖੇਲ ਸੀ ਉਹ ਲੋਪ ਕਰ ਦਿੱਤਾ। ਨਾ ਉੱਥੇ ਮੁਰਦਾ, ਨਾ ਉੱਥੇ ਚਿਗਾ, ਨਾ ਉੱਥੇ 3 ਮੀਲ ਦਾ ਪ੍ਰਸ਼ਾਦ। ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੀ ਜੱਫੀ ਵਿੱਚ ਲੈ ਲਿਆ, ਅੰਗਾਂ ਵਿੱਚ ਲੈ ਲਿਆ। ਕਹਿੰਦੇ ਵੀ ਹੁਣ ਤੁਹਾਡਾ ਨਾਂ ਲਹਿਣਾ ਨਹੀਂ, ਹੁਣ ਤੁਹਾਡਾ ਨਾਂ ਅੰਗਦ ਸਾਹਿਬ ਹੈ। ਅੰਗਾਂ ਤੋਂ ਸਾਡੇ ਪੈਦਾ ਹੋ ਗਏ ਹੋ, ਸਤਿਗੁਰ ਕਾ ਜਨਮੇ ਗਮਨ ਮਟਾਇਆ। ਇਸ ਤਰ੍ਹਾਂ ਇੱਥੇ ਕਹਿ ਰਹੇ ਆ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਸੁਆਂਗ ਜਾ ਵਰਤਾ ਕੇ ਧਾਨ ਕਰੂਪ ਰਹਾ ਕਰਤਾਰ ਵਾਲੀ ਗੱਲ ਕੀਤੀ ਸੀ, ਸਿੱਖਾਂ ਦੀ ਪਰਖ ਕੀਤੀ ਸੀ, ਜਿਹਦੇ ਵਿੱਚ ਗੁਰੂ ਅੰਗਦ ਸਾਹਿਬ ਵੀ ਪੂਰੇ ਉਤਰੇ ਸਨ। ਸ੍ਰੀ ਅੰਗਦ ਕੋ ਤਖਤ ਦਿਓ ਤਬ, ਪੁੱਤਰੀ ਕੌਲ ਨਾ ਪਾਲਿਓ। ਪੁੱਤਰਾਂ ਨੇ ਬਚਨ ਨਹੀਂ ਪਾਲਿਆ ਸੀ। ਕਰ ਪੀਰੋ ਕੰਨ ਮੁਰਟੀਐ, ਨਹੀਂ ਤਾਂ ਮਹਾਰਾਜ ਨੇ ਪੀਰ ਬਣਾ ਦਿੰਦਾ ਸੀ, ਗੁਰੂ ਬਣਾਉਣਾ ਸੀ। ਬਚਨ ਨਾ ਮੰਨਣੇ ਕਰਕੇ ਕਹਿੰਦੇ ਕੰਨ ਮੁਰਟੀਐ। ਮਹਾਰਾਜ ਨੇ ਮੋਢਾ ਫੇਰ ਲਿਆ, ਮੋਢਾ ਫੇਰ ਲਿਆ, ਕੰਡ ਫੇਰ ਲਈ, ਪਿੱਠ ਕਰ ਲਈ। ਉਹਨਾਂ ਵੱਲੋਂ ਵੀ ਤੁਸੀਂ ਨਹੀਂ ਹੈਗੇ ਯੋਗ। ਜੋ ਕਈ ਪਰਖ ਦੇ ਬਚਨ ਆਪ ਜੀ ਨੇ ਕੀਤੇ ਸੀ। ਇੱਕ ਵਾਰੀ ਉਹ ਜ਼ਿਆਦਾ ਬਾਰਿਸ਼ ਦੀ ਝੜੀ ਲੱਗ ਗਈ ਸੀ, ਸਿੱਖ ਸੰਗਤਾਂ ਬਹੁਤੀਆਂ ਸੀ, ਕਰਤਾਰਪੁਰ ਭੁੱਖੀਆਂ ਝਾਈਆਂ, ਥਾਂ ਥਾਂ ਤੰਬੂ ਲੱਗੇ ਸੀ। ਸ੍ਰੀ ਚੰਦ ਤੇ ਲక్ష్ਮੀ ਚੰਦ ਨੂੰ ਬੁਲਾ ਕੇ ਕਹਿਣ ਲੱਗੇ ਵੀ ਸਾਡਾ ਬਚਨ ਮੰਨੋ, ਸੰਗਤਾਂ ਨੂੰ ਬਾਹਰ ਲੈ ਜਾਓ ਤੇ ਦਰਖਤ ਉੱਪਰ ਚੜ੍ਹ ਕੇ ਨਾ ਟਾਹਣਿਆਂ ਨੂੰ ਚੜਾਓ, ਲਾਓ। ਉਹਦੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਫਿਰ ਮਠਿਆਈਆਂ ਡਿੱਗਣਗੀਆਂ, ਸੰਗਤਾਂ ਛਕ ਕੇ ਤ੍ਰਿਪਤ ਹੋ ਜਾਣਗੀਆਂ। ਸ੍ਰੀ ਚੰਦ ਕਹਿਣ ਲੱਗਾ ਵੀ ਦਰਖਤਾਂ ਨੂੰ ਕਿਹਨੇ ਮਠਿਆਈਆਂ ਲਾਈਆਂ? ਅੱਜ ਤੱਕ ਤਾਂ ਕਿਤੇ ਸੁਣੀ ਨਹੀਂ ਇਹ ਗੱਲ। ਇਹ ਤਾਂ ਤੁਸੀਂ ਇਹੋ ਜਿਹੀ ਗੱਲ ਕਰਕੇ ਮੈਨੂੰ ਮਖੌਲ ਕਰਾਉਣਾ ਚਾਹੁੰਦੇ, ਮੇਰੀ ਭੰਡੀ ਕਰਾਉਣਾ ਚਾਹੁੰਦੇ ਆ। ਉਹ ਡਿੱਗਣੇ ਨਹੀਂ ਆ ਕੁਛ। ਲੋਕ ਕਹਿਣਗੇ ਵੀ ਇਹ ਕੀ ਕਰਦਾ ਵੀ, ਇਸ ਕਰਕੇ ਮੈਂ ਨਹੀਂ ਚਾਹੁੰਦਾ। ਫਿਰ ਲక్ష్ਮੀ ਚੰਦ ਨੂੰ ਕਿਹਾ, ਉਹ ਵੀ ਕਹਿੰਦਾ ਵੀ ਨਹੀਂ, ਇਹ ਨਹੀਂ ਹੋ ਸਕਦਾ। ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ, ਕਹਿੰਦੇ ਜਾਓ, ਕਹਿੰਦੇ 7 ਵਚਨ ਜੀ। ਉਹ ਝੱਟ ਪਰ ਛਾਲਾ ਮਾਰਦੇ ਦਰਖਤ ਉੱਪਰ ਚੜ੍ਹ ਗਏ। ਜਦੋਂ ਹਲਾਉਣਿਆਂ ਉਹਨੂੰ ਚਲਾਇਆ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਲੱਗ ਪਈਆਂ ਡਿੱਪਣ। ਇਹ ਗੁਰੂ ਮਹਾਰਾਜ ਦੇ ਕੌਤਕ ਹੈ। ਇਸੇ ਤਰ੍ਹਾਂ ਉਹ ਸੋਹਣਾ ਕਚਕੌਲ ਜਿਹਾ ਸੀ, ਛੰਨਾ ਜਿਹਾ ਸੀ, ਉਹ ਮਹਾਰਾਜ ਨੇ ਉਹ ਚੱਕਰ ਵਿੱਚ ਸਿੱਟ ਦਿੱਤਾ।
ਫਿਰ ਸ੍ਰੀ ਚੰਦ ਨੂੰ ਕਹਿੰਦੇ ਵੀ ਉਹ ਲਿਆ ਕੱਢ ਕੇ। ਕਹਿੰਦਾ ਜੀ ਕੱਪੜੇ ਕੀਮਤੀ ਪਾਏ ਗੰਦੇ ਹੋ ਜਾਣਗੇ, ਕਿਸੇ ਸਿੱਖ ਸੇਵਕ ਨੂੰ ਕਹਿ ਦਿੰਦੇ ਆ, ਬਾਕੀ ਬਥੇਰੇ ਘਰੇ ਛੰਨੇ ਪਏ, ਇਹਦੇ ਵਿੱਚ ਕਿਉਂ ਪੜਨਾ ਹੈ। ਲਖਮੀ ਚੰਦ ਨੂੰ ਕਿਹਾ, ਉਹ ਵੀ ਕਹਿੰਦਾ ਜੀ ਨਹੀਂ ਜੀ ਇਹ ਮੁਸ਼ਕਲ ਹੈ। ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ, ਕੀਮਤੀ ਵਸਤਰ ਪਾਏ ਸੀ, ਵਸਤਰਾਂ ਸਮੇਤ ਹੀ ਉਹ ਚਿੱਕੜ ਵਿੱਚ ਛਾਲ ਮਾਰੀ ਤੇ ਕੱਢ ਲਿਆਏ, ਤਾਂ ਬਣਾ ਸਵਾਰ ਕੇ ਮਹਾਰਾਜ ਅੱਗੇ ਰੱਖਤਾ ਸਭ। ਇਸ ਤਰ੍ਹਾਂ ਜਾਣੀ ਉਹ ਰਾਤ ਦੇ ਸਮੇਂ ਫਿਰ ਪੁੱਛਿਆ ਵੀ ਕਿੰਨੀ ਕੁ ਰਹਿ ਗਈ। ਬਾਬਾ ਬੁੱਢਾ ਸਾਹਿਬ ਤਾਂ ਕਹਿੰਦੇ ਵੀ ਅੱਧੀ ਕਹਿ, ਕਹਿੰਦੇ ਨਹੀਂ ਅੱਧੀ ਰਾਤ ਨਹੀਂ, ਪੈਰ ਕੁ ਰਾਤ ਰਹਿੰਦੀ ਹੁਣ। ਕਹਿੰਦੇ ਨਹੀਂ ਜੀ ਮੈਂ ਤਾਰੇ ਤੁਰੇ ਵੇਖਿਆ, ਨਹੀਂ ਇੰਨੀ ਹੈ। ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਵੀ 10 ਪੁਰਸ਼ਾ ਕਿੰਨੀ ਕੁ ਰਾਤ ਹੈ। ਬਾਹਰ ਗਏ ਆ, ਦੇਖ ਲਿਆ ਵੀ ਹੈ ਤਾਂ ਅੱਧੀ ਰਾਤ ਹੈ। ਤੇ ਮਹਾਰਾਜ ਬਾਬਾ ਬੁੱਢਾ ਨੂੰ ਕਹਿੰਦੇ ਵੀ ਨਹੀਂ ਫਿਰ ਰਾਤ ਰਹਿ ਗਈ ਹੈ, 3 ਘੰਟੇ ਰਹਿੰਦੀ, ਅੱਧੀ ਨਹੀਂ ਹੈ। ਇਹ ਤਾਂ ਮਹਾਰਾਜ ਦੀ ਮੌਜ ਹੈ, ਉਹ ਜਾਣਨ ਵੀ ਕਿਉਂ ਕਹਿ ਰਹੇ ਹੈ। ਆ ਗਏ ਨੇ, ਕਹਿੰਦੇ ਦੱਸੋ ਕਿੰਨੀ ਹੈ। ਕਹਿੰਦੇ ਮਹਾਰਾਜ ਜਿੰਨੀ ਕੁ ਰਾਤ ਆਪ ਜੀ ਨੇ ਬਤਾਈ ਓਨੀ ਕੁ ਬੀਤ ਗਈ ਹੈ, ਜਿੰਨੀ ਕੁ ਬਾਕੀ ਆਪ ਜੀ ਨੇ ਰਾਤ ਰੱਖੀ ਓਨੀ ਕੁ ਮਹਾਰਾਜ ਰਹਿੰਦੀ ਹੈ। ਇਉਂ ਕਹਿ ਕੇ ਸੀਸ ਝੁਕਾ ਦਿੱਤਾ। ਸਮਝ ਗਏ ਵੀ ਹਾਂ ਇਹ ਮਹਾਨ ਹੈ। ਫਿਰ ਕਹਿੰਦੇ ਜਾਓ ਬਾਹਰ, ਆ ਕੱਪੜੇ ਲੈ ਜਾਓ, ਚਾਦਰੇ, ਇਹਨਾਂ ਨੂੰ ਧੋ ਕੇ ਲਿਆਓ ਤੇ ਸੁਕਾ ਕੇ ਲਿਆਓ। ਕਹਿੰਦੇ 7 ਵਚਨ। ਬਾਹਰ ਜਦੋਂ ਗਏ ਤੇ ਉੱਥੇ ਦਿਨ ਚਲੇ ਪਿਆ, ਦੁਪਹਿਰ ਹੋਇਆ ਪਿਆ। ਧੋ ਧੂ ਕੇ ਸੁਕਾ ਕੇ ਮਹਾਰਾਜ ਕੋਲ ਆ ਗਏ ਤੇ ਫਿਰ ਉਵੇਂ ਰਾਤ ਇੱਧਰ ਕਰੇ। ਇਸ ਤਰ੍ਹਾਂ ਮਹਾਰਾਜ ਨੇ ਕਹਿੰਦੇ ਜਦੋਂ ਇਉਂ ਪ੍ਰੀਖਿਆ ਕੀਤੀ ਸੀ ਨਾ, ਪੂਰੇ ਪਰਖ ਵਿੱਚ ਉਤਰ ਗਏ। ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਖਤ ਦਿੱਤਾ ਸੀ, ਸਹਿ ਟਿੱਕਾ ਦਿੱਤੋ ਉਸ ਜੀਵ ਦਾ ਲੈਣੀ ਦੇ ਫਿਰ ਆਈਆ ਨਾਨਕਾ ਦੋਹੀ ਖੱਟੀਆ ਜੋਤ ਉਹਾ ਜੋਤ ਸਾਇ ਸਾਇ ਕਾਇਆ ਫਿਰ ਪਲਟੀਏ। ਕੌਤਕ ਕੀਤਾ ਸੀ ਨਾ ਗੁਰਤਾ ਗੱਦੀ ਦੇਣ ਦਾ, ਪਰਖ ਦਾ। ਕਵੀ ਜੀ ਕਹਿੰਦੇ ਉਹ ਅਖੀਰ ਤੇ ਮੈਂ ਕਥਾ ਕਹਾਂਗਾ, ਅਸ ਗੁਰ ਕੀਰਤ ਕਰਹੁ ਗ੍ਰੰਥੂ। ਐਸਾ ਜੋ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਦਾ ਗ੍ਰੰਥ ਹੈ, ਮਹਿਮਾ ਵਡਿਆਈ ਦਾ ਗ੍ਰੰਥ ਹੈ, ਉਹ ਵੀ ਮੈਂ ਕਹਿੰਦੇ ਤਿਆਰ ਕਰਾਂਗਾ, ਰਚਨਾ ਕਰਾਂਗਾ। ਸੁਨ ਸੁਖ ਪਾਵੈ ਹੈ ਗੁਰ ਕੈ ਪੰਥੂ। ਵੀ ਮੈਂ ਕਵੀ ਨੇ ਤਾਂ ਇਸ ਕਥਾ ਨੂੰ ਕਹਿ ਕੇ ਬਣਾ ਕੇ ਸੁਖ ਪਾਉਣਾ ਹੀ ਪਾਉਣਾ ਹੈ। ਕਹਿੰਦੇ ਜਿਹੜਾ ਗੁਰੂ ਕਾ ਪੰਥ ਹੈ, ਗੁਰੂ ਨਾਨਕ ਦਾ ਪੰਥ ਹੈ, ਸਿੱਖ ਪੰਥ ਹੈ, ਉਹ ਵੀ ਗੁਰੂ ਨਾਨਕ ਦੀ ਕਥਾ ਨੂੰ ਸੁਣ ਸੁਣ ਕੇ ਸੁਖ ਪਾਵੇਗਾ, ਉਹਨਾਂ ਨੂੰ ਵੀ ਇਹ ਲਾਭ ਹੋਵੇਗਾ। ਜਾਂ ਪੰਥ ਨੂੰ ਰਸਤੇ ਦਾ ਹੁੰਦਾ, ਵੀ ਗੁਰੂ ਕੇ ਪੰਥ ਰਸਤੇ ਚੱਲ ਕੇ, ਹਾਂ ਸਿੱਖੀ ਦੇ ਰਸਤੇ ਚੱਲ ਕੇ ਉਹ ਵੀ ਸੁਖ ਪਾਉਣਗੇ। ਗੁਰ ਕੀਰਤ ਸਰਤਾ ਜਿਵ ਵਰਨੀ। ਕਵੀ ਸੰਤੋਖ ਸਿੰਘ ਜੀ ਹੁਣ ਨਦੀ ਦਾ ਅਲੰਕਾਰ ਲੈ ਕੇ ਕਥਨ ਕਰਦੇ ਆ ਵੀ ਜਿਹੜੀ ਗੁਰੂ ਨਾਨਕ ਦੀ ਮਹਿਮਾ ਵਡਿਆਈ ਹੈ, ਇਹ ਜਿਹੜੀ ਮੈਂ ਕਥਨ ਕੀਤੀ ਹੈ ਨਾ, ਇਹ ਤਾਂ ਜਿਵੇਂ ਨਦੀ ਹੋਵੇ ਬਹੁਤ ਸੁੰਦਰ ਜਲ ਵਾਲੀ, ਪ੍ਰਵਾਹ ਸੈਰ ਚਲਦੀ ਹੋਵੇ। ਇਹ ਗੁਰੂ ਕੀ ਕਥਾ ਮੈਂ ਜਿਹੜੀ ਕਥਨ ਕੀਤੀ ਹੈ, ਇਹ ਤਾਂ ਬੜੀ ਸੁੰਦਰ ਨਦੀ ਵਾਂਗ ਹੈ। ਮੰਗਲ ਕਰਨ ਅਮੰਗਲ ਹਰਨੀ। ਇਹ ਗੁਰੂ ਨਾਨਕ ਦੀ ਮਹਿਮਾ ਵਡਿਆਈ ਰੂਪ ਜਿਹੜੀ ਨਦੀ ਹੈ, ਇਹ ਮੰਗਲਾਂ ਨੂੰ ਕਰਨ ਵਾਲੀ ਹੈ ਤੇ ਅਮੰਗਲਾਂ ਨੂੰ ਵਿਘਨਾ ਕਲੇਸ਼ਾਂ ਨੂੰ ਨਾਸ ਕਰਨ ਵਾਲੀ ਹੈ। ਦੋਹਰਾ ਭਵ ਬੰਧਨ ਬ੍ਰਿਖ ਕੇ ਸਹਿਤ। ਇਹ ਜਿਹੜੀ ਗੁਰੂ ਕੀ ਮਹਿਮਾ ਵਡਿਆਈ ਦੀ ਇਹ ਨਦੀ ਹੈ, ਜਿਹੜੇ ਸੰਸਾਰ ਦੇ ਵਿੱਚ ਮੋਹ ਮਮਤਾ ਦੇ ਬੰਧਨ ਹੈ, ਇਹ ਹੈ ਬਹੁਤ ਕਹਿੰਦੇ ਦਰਖਤ ਤਕੜੇ ਸਖਤ ਇਹਨਾਂ ਦੇ ਸਮੇਤ। ਭਰਮ ਵਿਮੁਖਤਾ ਕੂਲ। ਤੇ ਜਿਹੜੇ ਭਰਮ ਭੁਲੇਖੇ ਸੰਸੇ ਹੈ, ਗੁਰੂ ਤੋਂ ਜਿਹੜੀ ਬੇਮੁਖਤਾਈ ਹੈ,
ਇਹ ਕਹਿੰਦੇ ਦੋ ਕਿਨਾਰੇ ਹਨ ਨਦੀ ਦੇ। ਕਰਨ ਕਹਿਨ ਸੁਨਨ ਪਰ ਵਾਹ ਤੇਹ। ਜਿਹੜਾ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਨੂੰ ਕਹਿਣਾ ਹੈ ਤੇ ਸੁਣਨਾ ਹੈ। ਇਹ ਜਿਵੇਂ ਨਦੀ ਦੇ ਵਿੱਚ ਪਾਣੀ ਦਾ ਪ੍ਰਵਾਹ ਚੱਲਦਾ ਹੁੰਦਾ ਹੈ, ਉਹ ਗੁਰੂ ਕੀ ਮਹਿਮਾ ਵਡਿਆਈ ਦੇ ਜਿਹੜਾ ਕਹਿਣਾ ਸੁਣਨਾ ਹੈ, ਇਹ ਮਾਨੋ ਪ੍ਰਵਾਹ ਚੱਲਣਾ ਹੈ ਨਦੀ ਦੇ ਵਿੱਚ। ਢਾਹੇ ਉਖਾਰਹਿ ਮੂਲ। ਇਸ ਤਰ੍ਹਾਂ ਜਿਹੜੀ ਇਹ ਨਦੀ ਦੇ ਕਿਨਾਰੇ ਭਾਵੇਂ ਜਿਹੜੇ ਬੇਮੁਖ ਤੇ ਤਰ੍ਹਾਂ ਤਰ੍ਹਾਂ ਦੇ ਸੰਸੇ ਰੂਪ ਬਿਰਛ ਖੜੋਤੇ ਹੈ, ਬੰਧਨ ਰੂਪ ਬਿਰਛ ਖੜੋਤੇ ਹੈ, ਉਹਨਾਂ ਨੂੰ ਮੋੜ ਕੇ ਜੜੋਂ ਪੁੱਟ ਕੇ ਇਹ ਢਾਹ ਦੇਣ ਵਾਲੀ ਹੈ ਨਦੀ। ਇਹ ਭਰਮ ਭੁਲੇਖੇ ਵੀ ਕੱਢ ਦੇਣ ਵਾਲੀ ਹੈ। ਸੰਸਾਰ ਦੇ ਬੰਧਨ ਰੂਪ ਜਿਹੜੇ ਦਰਖਤ ਹੈ, ਉਹਨਾਂ ਨੂੰ ਵੀ ਜੜੋਂ ਪੁੱਟ ਦੇਣ ਵਾਲੀ ਹੈ। ਚੌਪਈ ਗੁਰ ਸਿੱਖਨ ਮੱਜਨ ਹੈ ਜੋਗੂ। ਇਸ ਕਰਕੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਹੈ, ਉਹਨਾਂ ਦੇ ਗੁਰੂ ਕੀ ਮਹਿਮਾ ਵਡਿਆਈ ਰੂਪ ਜਿਹੜੀ ਨਦੀ ਹੈ ਨਾ, ਇਹਦੇ ਵਿੱਚ ਕਹਿੰਦੇ ਇਸ਼ਨਾਨ ਕਰਨ ਯੋਗ ਹੈ। ਗੁਰਸਿੱਖਾਂ ਦੇ ਇਸ਼ਨਾਨ ਕਰਨ ਯੋਗ ਨਦੀ ਹੈ। ਗੁਰ ਸਿੱਖੀ ਸੁਖ ਆਨੰਦ ਭੋਗੂ। ਜਿਹੜੇ ਗੁਰੂ ਕੀ ਸਿੱਖੀ ਨੂੰ ਧਾਰਨ ਵਾਲੇ ਹੈ, ਉਹ ਇਸ ਇਸ਼ਨਾਨ ਕਰਕੇ ਸੁਖ ਤੇ ਜਿਹੜੇ ਆਨੰਦ ਭੋਗਣਗੇ। ਨਿੰਦਕ ਜਾਨ ਅਸੂਇਆ ਸਹਿਤੂ। ਬਾਕੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਿੰਦਕ ਨਿੰਦਿਆ ਕਰਨ ਵਾਲੇ, ਜਾਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਸੂਆ ਕੀ ਈਰਖਾ ਕਰਨ ਵਾਲੇ, ਇਹ ਈਰਖਾ ਸਹਿਤ ਜਾਂ ਨਿੰਦਿਆ ਸਮੇਤ ਨਿੰਦਕ ਹਨ। ਕੋਈ ਆਖਾ ਭੂਤਨਾ ਕੋ ਕਹੈ ਬਿਤਾਲਾ, ਕੋਈ ਕਹਿੰਦਾ ਵੀ ਇਹ ਤਾਂ ਗੁਰੂ ਨਾਨਕ ਕਮਲੇ ਹੋ ਗਏ, ਇਹਨਾਂ ਨੂੰ ਕੋਈ ਪੂਰ ਚਿਮੜ ਗਿਆ, ਕੋਈ ਕਹਿੰਦਾ ਬਿਤਾਲ ਚਿਮੜ ਗਿਆ, ਕੋਈ ਕਹਿੰਦਾ ਮੋਦੀ ਖਾਨੇ ਵਿੱਚ ਇਹਨਾਂ ਨੂੰ ਘਾਟਾ ਪੈ ਗਿਆ ਤਾਂ ਛੱਡ ਕੇ ਭੱਜ ਗਏ ਬਾਹਰ। ਇਸ ਤਰ੍ਹਾਂ ਜਿਹੜੇ ਗੁਰੂ ਕੀ ਨਿੰਦਿਆ ਕਰਨ ਵਾਲੇ ਜਾਂ ਗੁਰੂ ਮਹਾਰਾਜ ਨਾਲ ਈਰਖਾ ਕਰਨ ਵਾਲੇ ਹਨ, ਤਿਨ ਕੇ ਯੋਗ ਨ ਇਹੋ ਦੁਖ ਦਹਿਤੂ। ਕਹਿੰਦੇ ਉਹਨਾਂ ਦੇ ਵਾਸਤੇ ਇਹ ਯੋਗ ਨਹੀਂ ਹੈ ਵੀ ਉਹਨਾਂ ਨੂੰ ਗੁਰੂ ਨਾਨਕ ਦੀ ਮਹਿਮਾ ਵਡਿਆਈ ਕਰਕੇ ਕੋਈ ਸੁਣਾਵੇ ਵੀ ਉਹ ਸੁਣ ਕੇ ਸ਼ਰਧਾਲੂ ਬਣ ਜਾਣਗੇ। ਉਹਨਾਂ ਨੂੰ ਤਾਂ ਦੁੱਖਾਂ, ਉਹਨਾਂ ਨੂੰ ਤਾਂ ਇਹ ਦੁੱਖਾਂ ਦੇ ਨਾਲ ਕਹਿੰਦੇ ਸਾੜਨ ਵਾਲੀ ਹੈ। ਉਹ ਤਾਂ ਜਿਉਂ ਸੁਣਨਗੇ ਤਿਵੇਂ ਤਿਵੇਂ ਸੜਨ ਮੱਚਣਗੇ ਵੀ ਗੁਰੂ ਨਾਨਕ ਦੀ ਮਹਿਮਾ ਵਡਿਆਈ ਇੰਨੀ ਕਿਵੇਂ ਮਹਾਨ ਹੈ। ਸ੍ਰੁਤ ਦਰਸੋਂ ਚੱਲ ਕੇ ਸੋ ਪ੍ਰਵਾਹੂ। ਇਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਹੈ, ਜਿਵੇਂ ਉਹ ਨਦੀ ਦਾ ਪ੍ਰਵਾਹ ਚੱਲਦਾ ਹੁੰਦਾ ਹੈ ਨਾ, ਦਰੜਾਂ ਵਿੱਚ ਖਾਲੀਆਂ ਵਿੱਚ ਦੀ, ਕਹਿੰਦੇ ਇੱਧਰ ਹੈ ਜਿਹੜੇ ਗੁਰਸਿੱਖਾਂ ਦੇ ਕੰਨ ਹੈ, ਇਹ ਦਰੜਾਂ, ਇਹ ਖਾਲੀਆਂ ਜੀਆਂ, ਇਹ ਖਾਲ ਜੇ ਹੈ। ਕੰਨਾਂ ਰੂਪੀ ਦਰਾੜਾਂ ਰਾਹੀਂ, ਖਾਲੀਆਂ ਰਾਹੀਂ ਇਹਦਾ ਜਿਹੜਾ ਗੁਰੂ ਕੀ ਮਹਿਮਾ ਵਡਿਆਈ ਜਿਹੜੀ ਸੁਣਨੀ ਪੜ੍ਹਨੀ, ਇਹ ਪ੍ਰਵਾਹ ਚੱਲਣਾ ਹੈ। ਔਰ ਸਾਗਰ ਮਹਿ ਸਥਿਤ ਆਹੂ। ਜਿਵੇਂ ਉਹ ਜਿਹੜੀ ਨਦੀ ਹੈ ਚਲਦੀ ਚਲਾਉਂਦੀ, ਅਖੀਰੀ ਜਾ ਕੇ ਸਮੁੰਦਰ ਵਿੱਚ ਟਿਕ ਜਾਂਦੀ ਹੈ, ਉੱਥੇ ਮਿਲ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਗੁਰਸਿੱਖਾਂ ਦਾ ਹਿਰਦਾ ਇਹ ਸਮੁੰਦਰ ਵਾਂਗ ਹੈ। ਇੱਥੇ ਆ ਕੇ ਗੁਰੂ ਕੀ ਮਹਿਮਾ ਰੂਪ ਜਿਹੜੀ ਨਦੀ ਸਥਿਤ ਹੋ ਜਾਂਦੀ, ਗੁਰਸਿੱਖਾਂ ਦੇ ਹਿਰਦਿਆਂ ਵਿੱਚ ਮਹਿਮਾ ਟਿਕਦੀ ਹੈ। ਇਹ ਤਬ ਮਤ ਸੁਕਤਾ ਤੇਹ ਪਰ ਤਰਹੀ। ਹਾਂ, ਜਦੋਂ ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਨਦੀ ਹੈ ਇਹ ਸਮੁੰਦਰ ਵਿੱਚ ਜਾ ਕੇ ਟਿਕ ਜਾਏ, ਤਦੋਂ ਜਿਹੜੀ ਬੁੱਧੀ ਰੂਪੀ ਸੁੱਪੀ ਹੈ ਨਾ, ਇਸ ਸਮੁੰਦਰ ਵਿੱਚ ਹਿਰਦੇ ਵਿੱਚ, ਇਹਦੇ ਉੱਪਰ ਕਹਿੰਦੇ ਬੁੱਧੀ ਰੂਪੀ ਜਿਹੜੀ ਸਿੱਪੀ ਆ ਤਰੇਗੀ, ਉੱਪਰ ਉੱਠੇਗੀ। ਪ੍ਰੇਮ ਬੂੰਦ ਕੀ ਲਾਲਸ ਕਰਹੀ। ਜਿਹੜੀ ਪ੍ਰੇਮ ਰੂਪੀ ਬੂੰਦ ਹੈ, ਸਵੰਤੀ ਬੂੰਦ ਹੈ, ਉਹਦੀ ਚਾਹਨਾ ਇਹ ਬੁੱਧੀ ਰੂਪੀ ਸਿੱਪੀ ਕਰੇਗੀ। ਫਿਰ ਪ੍ਰੇਮ ਰੂਪੀ ਜਿਹੜੀ ਸਵੰਤੀ ਬੂੰਦ ਹੈ ਮੈਨੂੰ ਪ੍ਰਾਪਤ ਹੋਵੇ। ਦੋਹਰਾ ਸਵਾਂਤ ਬੂੰਦ ਜਬ ਪ੍ਰੇਮ ਕੀ। ਇਹ ਗੁਰਸਿੱਖੋ, ਜਦੋਂ ਪ੍ਰੇਮ ਰੂਪ ਜਿਹੜੀ ਸਵੰਤੀ ਬੂੰਦ ਹੈ ਪਰਸੀ ਤੇਹ ਕੋ ਆਏ। ਜਿਹੜੀ ਬੁੱਧੀ ਰੂਪੀ ਸਿੱਪੀ ਹੈ ਇਹਨੂੰ ਆ ਕੇ ਕਹਿੰਦੇ ਛੋ ਜਾਵੇਗੀ। ਹੋਏ ਅਡੋਲ ਤਬ ਬੈਸ ਹੀ। ਤਦੋਂ ਜਿਹੜੀ ਬੁੱਧੀ ਰੂਪੀ ਸਿੱਪੀ ਹੈ ਇਹ ਕਹਿੰਦੇ ਅਡੋਲ ਹੋ ਕੇ ਬੈਠ ਜਾਏਗੀ। ਨਹੀਂ ਤਾਂ ਤਰ੍ਹਾਂ ਤਰ੍ਹਾਂ ਦੇ ਇਹ ਭਰਮ ਭੁਲੇਖਿਆਂ ਵਿੱਚ ਪਈ ਬੁੱਲੀ ਭਟਕਦੀ ਰਹਿੰਦੀ ਹੈ, ਟਿਕਦੀ ਨਹੀਂ ਹੈ।
ਕਹਿੰਦੇ ਜਦੋਂ ਇਹਦੇ ਅੰਦਰ ਪ੍ਰੇਮ ਰੂਪੀ ਸਵੰਤੀ ਬੂੰਦ ਆ ਪਈ ਤੇ ਫਿਰ ਇਹ ਅਡੋਲ ਹੋ ਕੇ ਟਿਕ ਜਾਏਗੀ, ਬੈਠ ਜਾਏਗੀ, ਇਸ਼ਟ ਹੋ ਜਾਏਗੀ। ਫਿਰ ਬੁੱਧੀ ਕਿਸੇ ਪਾਸੇ ਪਦਾਰਥਾਂ ਵੱਲ ਨਹੀਂ ਜਾਏਗੀ। ਨਹਿ ਇਤ ਉਤ ਕੋ ਤਾਏ। ਇਧਰ ਮਹਾਰਾਜ ਦੀ ਵਡਿਆਈ ਦੇ ਵਿੱਚ ਹੀ ਇਹ ਪ੍ਰਵਾਹ ਵਿੱਚ ਹੀ ਬੁੱਧੀ ਲੱਗੀ ਰਹੇਗੀ। ਇੱਧਰ ਉੱਧਰ ਨਹੀਂ ਇਹ ਤਾਵੇਗੀ, ਇੱਧਰ ਉੱਧਰ ਨਹੀਂ ਜਾਵੇਗੀ। ਇਸ ਤਰ੍ਹਾਂ ਇਹ ਗੁਰੂ ਕੀ ਮਹਿਮਾ ਵਡਿਆਈ ਰੂਪੀ ਨਦੀ ਹੈ ਤੇ ਕੰਨਾਂ ਰਾਹੀਂ ਜਿਹੜੀ ਇਹ ਮਹਿਮਾ ਵਡਿਆਈ ਸੁਣਨੀ ਹੈ, ਇਹਦਾ ਪ੍ਰਵਾਹ ਚੱਲਣਾ ਹੈ। ਜਿਹੜਾ ਹਿਰਦੇ ਵਿੱਚ ਜਾ ਕੇ ਮਹਿਮਾ ਵਡਿਆਈ ਦਾ ਨਿਵਾਸ ਕਰਨਾ, ਇਹ ਸਮੁੰਦਰ ਵਿੱਚ ਆ ਕੇ ਨਦੀ ਦਾ ਟਿਕਣਾ ਹੈ। ਜਦੋਂ ਇਹ ਨਦੀ ਇੱਥੇ ਸਮੁੰਦਰ ਵਿੱਚ ਆ ਟਿਕੇਗੀ, ਜਿਹੜੀ ਅੰਦਰ ਹਿਰਦੇ ਵਿੱਚ ਬੁੱਧੀ ਹੈ, ਸਿੱਪੀ ਵਾਂਗ ਹੈ, ਇਹ ਕਹਿੰਦੇ ਅਡੋਲ ਹੋ ਜਾਏਗੀ। ਪ੍ਰੇਮ ਰੂਪ ਸਵੰਤੀ ਬੂੰਦ ਨੂੰ ਪਾ ਕੇ ਇੱਧਰ ਉੱਧਰ ਨਹੀਂ ਫਿਰ ਸੁਧ ਪਰ ਦੌੜੇ ਭੱਜੇਗੀ। ਇਸ ਤਰ੍ਹਾਂ ਗੁਰੂ ਕੀ ਮਹਿਮਾ ਵਡਿਆਈ ਵਿੱਚ ਹੀ ਬੁੱਧ ਟਿਕੀ ਰਹੇ। ਬੁੱਧੀ ਗੁਰੂ ਦੀ ਕਥਾ ਮਹਿਮਾ ਵਡਿਆਈ ਦਾ ਨਿਰਣਾ ਕਰੀ ਜਾਏਗੀ। ਚੌਪਈ ਸਾਕਤ ਖਰਨਹਿ ਮੱਜਨ ਕਰਹੀ। ਕਵੀ ਜੀ ਕਹਿੰਦੇ ਜਿਹੜੇ ਸਾਕਤ ਪੁਰਸ਼ ਆ ਉਹ ਤਾਂ ਖੋਤਿਆਂ ਵਾਂਗ ਹੈ। ਜਿਹੜੇ ਪਰਮੇਸ਼ਰ ਤੋਂ ਟੁੱਟੇ ਹੋਏ ਮਨੁੱਖ ਹੈ, ਜਿਨ੍ਹਾਂ ਨੂੰ ਅਸੀਂ ਬੇਮੁਖ ਕਹਿ ਦਿੰਦੇ ਜਾਂ ਮਨਮੁਖ ਕਹਿੰਦੇ ਹਾਂ। ਕਹਿੰਦੇ ਜਿਹੜੇ ਮਨਮੁਖ ਲੋਕ ਹੈ, ਟੁੱਟੇ ਹੋਏ ਮਨੁੱਖ ਆ, ਖੋਤਿਆਂ ਵਰਗੇ ਹੈ। ਉਹ ਇਹ ਜਿਹੜੀ ਗੁਰੂ ਕੀ ਮਹਿਮਾ ਵਡਿਆਈ ਰੂਪੀ ਨਦੀ, ਇਹਦੇ ਵਿੱਚ ਆ ਕੇ ਨਹੀਂ ਉਹ ਇਸ਼ਨਾਨ ਕਰਦੇ। ਉਹ ਗੁਰੂ ਕੀ ਮਹਿਮਾ ਵਡਿਆਈ ਸੁਣ ਰੂਪ ਇਸ਼ਨਾਨ ਨਹੀਂ ਕਰਦੇ। ਇੱਥੇ ਆਉਂਦੇ ਹੀ ਨਹੀਂ ਇਹ ਕਥਾ ਵਡਿਆਈ ਸੁਣਨ। ਵਿਸ਼ਾ ਠੌਰ ਦੁਰਗੰਧਹਿ ਫਿਰਹੀ। ਆ ਜਿਵੇਂ ਜਿਹੜਾ ਗਧਾ ਹੈ, ਉਹ ਤਾਂ ਜਿੱਥੇ ਕਹਿੰਦੇ ਦੁਰਗੰਧੀ ਵਾਲਾ ਥਾਂ ਹੋਵੇ, ਰੂੜੀਆਂ ਹੋਣ ਨਾ, ਬਦਬੂ ਆਉਂਦੀ, ਉੱਥੇ ਫਿਰਦੇ ਹੁੰਦੇ। ਇਸ ਤਰ੍ਹਾਂ ਜਿਹੜੇ ਰੱਬ ਤੋਂ ਟੁੱਟੇ ਉਹ ਗਧਿਆਂ ਵਰਗੇ ਮਨੁੱਖ ਹੈ, ਉਹ ਇਹ ਗੁਰੂ ਕੀ ਕਥਾ ਮਹਿਮਾ ਵਡਿਆਈ ਦੇ ਨੇੜੇ ਨਹੀਂ ਆਉਂਦੇ। ਇਹਦੇ ਵਿੱਚ ਸੁਣ ਰੂਪ ਇਸ਼ਨਾਨ ਨਹੀਂ, ਖੋਤਾ ਨਹੀਂ ਨਹਾਉਂਦਾ ਹੁੰਦਾ। ਇਹ ਕਹਿੰਦੇ ਖੋਤਿਆਂ ਵਰਗੇ ਉਹ ਲੋਕ ਜਿਹੜੇ ਕਥਾ ਨਹੀਂ ਸੁਣਦੇ। ਉਹ ਤਾਂ ਰੂੜੀਆਂ ਤੇ ਜਿੱਥੇ ਵਿਕਾਰਾਂ ਦੀਆਂ ਗੱਲਾਂ ਹੁੰਦੀਆਂ, ਆਹ ਡਰਾਮੇ ਸ਼ਰਾਮੇ ਹੁੰਦੇ, ਉੱਥੇ ਸ਼ਰਾਬਾਂ ਕਬਾਵਾਂ ਪੀ ਦੀਆਂ। ਉਹ ਰੂੜੀਆਂ ਵਾਲੇ ਥਾਂ ਗੰਦਿਆਂ ਥਾਵਾਂ ਵਿੱਚ ਕਰਦੇ, ਜਿੱਥੇ ਗੰਦੇ ਗੀਤ ਗਾਏ ਜਾਂਦੇ ਹਨ। ਜਾਂ ਕਿਉਂ ਤੇਹ ਬਨ ਜਾਏ ਸੰਜੋਗੂ। ਜਿਵੇਂ ਕਿਵੇਂ ਕਰਕੇ ਜਿਹੜੇ ਗੰਦਿਆਂ ਵਰਗੇ ਮਨੁੱਖ ਹੈ, ਇੱਧਰ ਕਹਿੰਦੇ ਰੂੜੀਆਂ ਤੇ ਮਾੜੇ ਥਾਵਾਂ ਵਿੱਚ ਫਿਰਨ ਲੱਗੇ। ਜੇ ਕਿਤੇ ਕਿ ਉਹਨਾਂ ਦਾ ਸੰਜੋਗ ਬਣ ਵੀ ਜਾਵੇ, ਭਾਵ ਉਹਨਾਂ ਦਾ ਕੋਈ ਮਿੱਤਰ ਦੋਸਤ ਉਹਨਾਂ ਨੂੰ ਕਹਿ ਦੇਵੇ, ਉਹ ਤੂੰ ਵੀ ਕਥਾ ਸੁਣ ਲਿਆ ਕਰ, ਚੱਲ ਅੱਜ ਤੂੰ ਸੁਣ ਲਾ, ਵੀ ਮੱਲੋ ਮੱਲੀ ਘੜੀਸ ਕੇ ਉਹਨੂੰ ਲੈ ਹੀ ਆਵੇ ਗੁਰੂ ਕੀ ਕਥਾ ਸੁਣਨ ਲਈ। ਇਸ ਤਰ੍ਹਾਂ ਕਹਿੰਦੇ ਮਿੱਤਰਾਂ ਰਾਹੀਂ ਜੇ ਕਿਤੇ ਉਹਨਾਂ ਦਾ ਕਹਿੰਦੇ ਗੁਰੂ ਕੀ ਕਥਾ ਸੁਣਨ ਵਾਸਤੇ ਸਤਸੰਗ ਦੇ ਵਿੱਚ ਸੁਣਨ ਦਾ ਸੰਜੋਗ ਬਣ ਜਾਏ, ਕਹਿੰਦੇ ਉਹ ਆ ਬੈਠਣ। ਹੋਤ ਗੁੜਾਕਾ ਤਿੰਨ ਤਨ ਰੋਗੂ। ਕਹਿੰਦੇ ਉਹ ਜਿਹੜੇ ਗਧਿਆਂ ਵਰਗੇ ਮਨੁੱਖ ਹੈ ਨਾ, ਉਹ ਇੱਥੇ ਆ ਕੇ ਵੀ ਫੇਰ ਵੀ ਲਾਹਾ ਨਹੀਂ ਲੈਂਦੇ। ਇੱਥੇ ਆ ਕੇ ਕਹਿੰਦੇ ਉਹਨੂੰ ਨੀਂਦ ਦਾ ਰੋਗ ਆ ਚੰਬੜਦਾ ਹੈ। ਇੱਥੇ ਆ ਕੇ ਵੀ ਉਹ ਸੌ ਜਾਂਦੇ ਹਨ, ਸੁਣ ਨਹੀਂ ਸਕਦੇ ਹਨ। ਸੋਰਠਾ ਸਰਤਾ ਤਟ ਸਤ ਸੰਗ। ਹਾਂ, ਕਵੀ ਜੀ ਕਹਿੰਦੇ ਦੇਖੋ ਉਹ ਜਿਹੜੇ ਮਨਮੁਖ ਲੋਕ ਹੈ, ਰੱਬ ਤੋਂ ਟੁੱਟੇ ਗਧਿਆਂ ਵਰਗੇ ਮਨੁੱਖ ਹੈ, ਗੁਰੂ ਕੀ ਜਿਹੜੀ ਹੈ ਮਹਿਮਾ ਵਡਿਆਈ ਨਦੀ ਵਾਂਗ ਹੈ। ਇਹਦਾ ਕਹਿੰਦੇ ਉਹਨਾਂ ਨੂੰ ਸਤਸੰਗਤ ਰੂਪੀ ਕਿਨਾਰਾ ਪ੍ਰਾਪਤ ਹੋ ਗਿਆ। ਸਤਸੰਗਤ ਵਿੱਚ ਆ ਕੇ ਤਾਂ ਬੈਠ ਗਏ ਉਹ ਮਨਮੁਖ ਲੋਕ। ਪਾਏ ਨ ਸਰਵਨ ਇਸ਼ਨਾਨ ਭਾਵ। ਜਿਹੜੀ ਗੁਰੂ ਕੀ ਕਥਾ ਉਹਨਾਂ ਨੇ ਸੁਣਨੀ ਹੈ, ਨਾ ਸੁਣੀ, ਇਹ ਕਹਿੰਦੇ ਉਹਨਾਂ ਦਾ ਇਸ਼ਨਾਨ ਨਹੀਂ ਹੋਇਆ। ਇੱਥੇ ਆ ਕੇ ਸੌਂ ਗਏ, ਸੁਣ ਨਾ ਸਕੇ, ਜਿਸ ਕਰਕੇ ਸੁਣ ਰੂਪ ਇਸ਼ਨਾਨ ਉਹਨਾਂ ਨੂੰ ਇਸ਼ਨਾਨ ਨਾ ਪ੍ਰਤਾਪ ਹੋਇਆ। ਉਹ ਗੁਰੂ ਕੀ ਕਥਾ ਸੁਣ ਕੇ ਨਿਰਮਲ ਮਨ ਵਾਲੇ ਨਹੀਂ ਹੋ ਸਕੇ। ਗੁਰ ਜਸ ਗੂਢਾ ਰੰਗ। ਉਹਨਾਂ ਦਾ ਕਹਿੰਦੇ ਜਿਹੜਾ ਗੁਰੂ ਕਾ ਜਸ ਹੈ, ਗੂੜਾ ਰੰਗ ਹੈ, ਉਹਦੇ ਵਿੱਚ ਉਹਨਾਂ ਦਾ ਮਨ ਰੰਗਿਆ ਨਹੀਂ ਗਿਆ। ਇੱਥੇ ਆ ਕੇ ਸੌਂ ਕੇ ਚਲੇ ਗਏ। ਰੰਗਿਓ ਨ ਮਨ ਦਹ ਦਿਸ ਫੇਰਿਓ। ਕਹਿੰਦੇ ਗੁਰੂ ਕਾ ਜਿਹੜਾ ਜਸ ਸੀ, ਇਹ ਗੂੜਾ ਰੰਗ ਸੀ, ਇਹਦੇ ਵਿੱਚ ਉਹਨਾਂ ਨੇ ਮਨ ਨੂੰ ਰੰਗਣਾ ਸੀ, ਉਹ ਰੰਗਿਆ ਨਹੀਂ ਹੈ।
ਇੱਥੇ ਆ ਕੇ ਸੌਂ ਗਏ ਜਾਂ ਕਹਿੰਦੇ ਇੱਧਰ ਉੱਧਰ ਹੀ ਉਹਨਾਂ ਦਾ ਮਨ ਫਿਰਦਾ ਰਿਹਾ, ਜਾਣੀ ਵੀ ਕੌਣ ਆਇਆ ਤੇ ਕੌਣ ਗਿਆ ਹੈ, ਬਸ ਇਉਂ ਦੇਖ ਕੇ ਫਿਰ ਗਏ। ਉਧਰ ਮਨ ਨਹੀਂ ਆਉਂਦਾ ਵੀ ਕੀ ਕਰਿਆ ਜਾ ਰਿਹਾ, ਕਥਾ ਕੀ ਹੋ ਰਹੀ ਹੈ, ਤੇ ਉਹ ਬਸ ਇੱਧਰ ਉੱਧਰ ਦੇਖ ਦੂਖ ਕੇ ਵੀ ਇਹ ਇੱਧਰ ਉਹਨਾਂ ਦਾ ਮਨ ਫਿਰੀ ਜਾਂਦਾ ਹੈ। ਇੱਥੇ ਆ ਕੇ ਵੀ ਕਹਿੰਦੇ ਸਤਸੰਗਤ ਵਿੱਚ ਉਹ ਜਿਹੜੇ ਬੇਮੁਖ ਲੋਕ ਉਹ ਲਾਹਾ ਨਹੀਂ ਲੈ ਸਕਦੇ। ਇਸ ਕਰਕੇ ਇਹ ਬੇਮੁਖ ਲੋਕਾਂ ਵਾਸਤੇ ਇਹ ਗੁਰੂ ਕੀ ਮਹਿਮਾ ਕਥਾ ਵਡਿਆਈ ਦਾ ਜਿਹੜਾ ਗ੍ਰੰਥ ਹੈ ਮੈਂ ਜਿਹੜਾ ਬਣਾਇਆ, ਇਹਨਾਂ ਦੇ ਯੋਗ ਨਹੀਂ ਹੈ। ਇਹ ਤਾਂ ਜਿਹੜੇ ਗੁਰਸਿੱਖ ਹੈ, ਸਨਮੁਖ ਸਿੱਖ ਹੈ, ਉਹਨਾਂ ਵਾਸਤੇ ਮੈਂ ਨਦੀ ਕਾਇਮ ਕੀਤੀ ਹੈ। ਉਹ ਇੱਥੇ ਇਸ਼ਨਾਨ ਕਰਨਗੇ, ਨਿਰਮਲ ਹੋਣਗੇ, ਓਜਲ ਮਨ ਹੋ ਕੇ ਉਹਨਾਂ ਦੀਆਂ ਬੁੱਧੀਆਂ ਨਿਰਮਲ ਸਵੱਛ ਹੋ ਜਾਣਗੀਆਂ, ਅਡੋਲ ਹੋ ਜਾਣਗੀਆਂ। ਇਸ ਕਰਕੇ ਜੋ ਅਖੀਰ ਤੇ ਮਨਮੁਖ ਲੋਕਾਂ ਦਾ ਬੁਰਾ ਹਾਲ ਕਹਿ ਕੇ, ਘਾਟਾ ਕਹਿ ਕੇ, ਇੱਥੇ ਕਵੀ ਜੀ ਨੇ ਇਹ ਅਧਿਆ ਜਿਹੜਾ ਮੰਗਲਾਚਰਨ ਵਾਲਾ ਸੀ ਸਮਾਪਤ ਕਰ ਦਿੱਤਾ ਹੈ, ਜਿਸ ਕਰਕੇ ਅੱਖਰਾਂ ਵਿੱਚ ਵੀ ਲਿਖਿਆ ਉਹ ਪੜੋ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਪੂਰਬ ਦੇ। ਇਤ ਕੀ ਇਤੀ ਹੋਇਆ, ਯਾਨੀ ਇਤੀ ਹੋਇਆ, ਸਮਾਪਤ ਹੋਇਆ, ਸੰਪੂਰਨ ਹੋਇਆ। ਸ੍ਰੀ ਸਭਾਏ ਮਾਨ ਗੁਰੂ ਨਾਨਕ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਹਦਾ ਪੂਰਬ ਅਰਧ ਪੂਰਬ ਪਹਿਲੇ ਭਾਗ ਦਾ ਹਿੱਸਾ, ਜਿਹਦੇ ਵਿੱਚ ਮੰਗਲਾਚਰਨ ਹੈ, ਜਾਂ ਇਸੇ ਤਰ੍ਹਾਂ ਨਾਮ ਦੀ ਮਹਿਮਾ ਦਾ ਵਰਣਨ ਹੈ, ਵਾਹਿਗੁਰੂ ਗੁਰੂ ਮੰਤਰ ਨਾਮ ਦੀ ਮਹਿਮਾ ਵਰਣਨ, ਜਾਂ ਦਸਾਂ ਪਾਤਸ਼ਾਹਾਂ ਦੇ ਮਹਿਮਾ ਦੇ ਮੰਗਲ ਕਥਨ ਕੀਤਾ। ਉਹ ਜਿਹੜਾ ਇਹ ਪਹਿਲਾ ਅਧਿਆਇ ਹੈ ਉਹ ਇੱਥੇ ਸੰਪੂਰਨ ਹੋਇਆ। ਹੁਣ ਇਸ ਤੋਂ ਅੱਗੇ ਹੈ ਦੂਜਾ ਅਧਿਆਇ। ਦੂਜੇ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ, ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਆ ਕੇ ਮਿਲੇ ਚੁੜੇ ਦਰਸ਼ਨ ਕੀਤੇ, ਫਿਰ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਵਾਰਤਾ ਸੁਣ ਲਈ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ। ਇਸ ਤਰ੍ਹਾਂ ਫਿਰ ਭਾਈ ਪੈੜਾ ਮੁਖਾ ਜੀ, ਇਸ ਤਰ੍ਹਾਂ ਭਾਈ ਲਾਲਾ ਪੰਨੂ ਜੀ, ਇਹ ਰਲ ਮਿਲ ਕੇ ਜਿਵੇਂ ਗੁਰੂ ਨਾਨਕ ਸਾਹਿਬ ਦੀ ਜਨਮ ਕੁੰਡਲੀ ਅਵਤਾਰ ਵਾਲੀ ਜਿਹੜੀ ਕੋਈ ਲਿਖਣ ਵਾਲੀ ਪੱਤਰੀ ਉਹ ਲੈ ਕੇ ਆਏ। ਰਾਏ ਭੋਏ ਦੀ ਤਲਵੰਡੀ ਜਾ ਕੇ ਉਹ ਕਥਨ ਕਰਕੇ ਉਸ ਤੋਂ ਬਾਅਦ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਅਵਤਾਰ ਧਾਰਿਆ ਉਹ ਇਲਾਕਾ ਕਿਹੋ ਜਿਹਾ ਸੀ, ਉਹ ਬਾਹਰ ਦੇ ਇਲਾਕੇ ਦੀ ਮਹਿਮਾ ਕਵੀ ਜੀ ਕਰਨਗੇ। ਫਿਰ ਉਹ ਬਾਹਰ ਦੇ ਇਲਾਕੇ ਵਿੱਚੋਂ ਜਿਹੜਾ ਇਹ ਨਗਰ ਰਾਏ ਭੋਏ ਦੀ ਤਲਵੰਡੀ ਜਿਹਦਾ ਨਾਮ ਅੱਜ ਕੱਲ੍ਹ ਨਨਕਾਣਾ ਸਾਹਿਬ ਹੈ, ਇਹਦੀ ਮਹਾਨਤਾ, ਇਹਦੇ ਵਿੱਚ ਕਿਹੋ ਜਿਹੇ ਲੋਕ ਰਹਿੰਦੇ ਸਨ, ਬਹੁਤ ਹੀ ਸੁੰਦਰ ਢੰਗ ਨਾਲ ਕਵੀ ਜੀ ਨੇ ਬਿਆਨ ਕੀਤਾ ਇੱਥੇ ਲੋਕਾਂ ਦਾ ਰਹਿਣ ਸਹਿਣ ਦਾ। ਉਹ ਸਾਰਾ ਆਪਾਂ ਨੰਬਰਵਾਰ ਸੁਣਾਂਗੇ। ਹੁਣ ਸਮਾਂ ਹੋਇਆ ਇੱਥੇ ਦੀ ਮਨ ਦੀ ਸਮਾਪਤੀ ਹੈ ਜੀ। ਸਰਤਾ ਤਟ ਸਤ ਸੰਗ ਪਾਏ ਨ ਸਰਵਨ ਇਸ਼ਨਾਨ ਪਾ, ਗੁਰ ਜਸ ਗੂਢੋ ਰੰਗ ਰੰਗਿਓ ਨ ਮਨ ਦਹਿ ਦਿਸ ਫੇਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।